ਸਾਹਿਬ ਜੀ ਦੀ ਬਾਬਤ ਜਿਹੜੇ ਆ ਭੁਲੇਖੇ ਪਾਏ ਜਾ ਰਹੇ ਆ ਬਹੁਤ ਜ਼ਿਆਦਾ। ਜਿਵੇਂ ਇੱਥੋਂ ਦੀ ਮਰਿਆਦਾ ਨੂੰ ਲੈ ਕਰਕੇ ਕਿ ਇੱਥੇ ਜੀ ਅਖੇ ਸਭ ਤੋਂ ਪਹਿਲਾਂ ਤਾਂ ਬੱਕਰਾ ਵੱਢਿਆ ਜਾਂਦਾ, ਉਹਦੀ ਬਲੀ ਦੀ ਬਾਬਤ ਉਹਨਾਂ ਨੇ ਸ਼ੰਕਾ ਕੀਤਾ ਹੈ। ਅਤੇ ਸੰਗਤਾਂ ਵਿੱਚ ਸਾਧ ਸੰਗਤ ਜੀ ਭਾਵੇਂ ਕਿ ਦਾਸ ਬਾਹਰਲੇ ਦੇਸ਼ਾਂ ਵਿੱਚ ਵਿਚਰਦਾ ਹੈ, ਜਦੋਂ ਤੱਕ ਸਾਹਿਬ ਤੋਂ ਮੈਂ ਛੁੱਟੀ ਲੈ ਕਰਕੇ ਜਾਵਾਂ ਤੇ ਇਹ ਜ਼ਰੂਰੀ ਹੈ ਕਿ ਤਖ਼ਤ ਸਾਹਿਬ ਵੱਲੋਂ ਕੋਈ ਵੀ ਨੁਮਾਇੰਦਾ ਬਾਹਰਲਿਆਂ ਦੇਸ਼ਾਂ ਵਿੱਚ ਨਹੀਂ ਕਦੇ ਪਹਿਲਾਂ ਵਿਚਰਿਆ, ਜਿਸ ਕਰਕੇ ਕਈ ਸ਼ਰਾਰਤੀ ਅਨਸਰ ਜਿਹੜੇ ਹੈ ਉਹਨਾਂ ਨੂੰ ਬਹੁਤ ਇਸ ਗੱਲ ਦਾ ਮੌਕਾ ਮਿਲਿਆ ਕਿ ਤਖ਼ਤ ਸਾਹਿਬ ਦਾ ਜਿਹੜਾ ਨਾ ਗਲਤ ਢੰਗ ਨਾਲ ਸੰਗਤਾਂ ਵਿੱਚ ਪ੍ਰਚਾਰ ਜਿਹੜਾ ਉਹ ਕੀਤਾ ਜਾਵੇ। ਬੋਰਡ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸਾਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਕੋਈ ਜਿਹੜੇ ਹੈ ਨੁਮਾਇੰਦੇ ਵਜੋਂ ਜਿਵੇਂ ਹੋਰ ਸਥਾਨਾਂ ਤੋਂ ਸਿੱਖ ਸੰਗਤਾਂ ਵਿੱਚ ਜਿਹੜਾ ਹੈ ਉਹ ਸਾਧ ਸੰਗਤ ਜੀ ਪ੍ਰਚਾਰ ਹੁੰਦਾ ਹੈ, ਗੁਰਸਿੱਖ ਵਿਦਵਾਨ ਵਿਚਰਦੇ ਹੈ, ਇਉਂ ਤਖ਼ਤ ਸਾਹਿਬ ਵੱਲੋਂ ਵੀ ਜ਼ਰੂਰ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ। ਅਤੇ ਫਿਰ ਉਹਨਾਂ ਦਾ ਸ਼ੰਕਾ ਹੈ ਕਿ ਤਿਲਕ ਕਿਉਂ ਲਾਇਆ ਜਾਂਦਾ ਹੈ, ਅਤੇ ਉਹ ਇਹ ਜਿਹੜੀ ਹੈ ਸ਼ੰਕਾ ਪ੍ਰਗਟ ਕਰਦੇ ਹੈ, ਸਿੱਖ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਕਹਿੰਦੇ ਜੀ ਜਿਹੜੇ ਹੈ ਟੱਲ ਉਹ ਕਿੱਥੇ ਵੱਜਦੇ ਆ, ਅਖੇ ਜੀ ਮੰਦਰਾਂ 'ਚ, ਅਤੇ ਫਿਰ ਹਜ਼ੂਰ ਸਾਹਿਬ ਟੱਲੀਆਂ ਵੱਜਦੀਆਂ ਅਤੇ ਕਿਹਨਾਂ ਨਾਲ ਮਰਿਆਦਾ ਰਲਦੀ ਹੈ, ਅਖੇ ਜੀ ਮੰਦਰਾਂ ਨਾਲ। ਫਿਰ ਤਿਲਕ ਕਿੱਥੇ ਲਾਏ ਜਾਂਦੇ ਆ, ਅਖੇ ਜੀ ਮੰਦਰਾਂ 'ਚ ਲਾਏ ਜਾਂਦੇ ਆ। ਅਤੇ ਫਿਰ ਹਜ਼ੂਰ ਸਾਹਿਬ ਤਿਲਕ ਲਾਇਆ ਜਾਂਦਾ ਹੈ ਅਤੇ ਕਿਹਨਾਂ ਨਾਲ ਰਲਦੀ ਮਰਿਆਦਾ, ਆਪੇ ਹੀ ਪ੍ਰਸ਼ਨ ਅਤੇ ਆਪੇ ਹੀ ਉੱਤਰ, ਅਤੇ ਅਖੇ ਜੀ ਮੰਦਰਾਂ ਨਾਲ ਰਲਦੀ ਹੈ। ਅਤੇ ਫਿਰ ਮੰਦਰਾਂ 'ਚ ਬਲੀਆਂ ਦਿੱਤੀਆਂ ਜਾਂਦੀਆਂ ਅਤੇ ਤਖ਼ਤ ਸਾਹਿਬ 'ਤੇ ਵੀ ਬਲੀ ਦਿੱਤੀ ਜਾਂਦੀ ਹੈ ਅਤੇ ਕਿਹਨਾਂ ਨਾਲ ਰਲਦੀ ਮਰਿਆਦਾ, ਅਖੇ ਜੀ ਮੰਦਰਾਂ ਨਾਲ ਰਲਦੀ। ਤੋ ਸਾਧ ਸੰਗਤ ਜੀ ਇਹਦੇ ਸੰਬੰਧ ਵਿੱਚ ਮੈਂ ਅੱਜ ਜਿਹੜੇ ਆ ਉਹ ਉੱਤਰ ਦੇਣ ਦਾ ਯਤਨ ਕਰਾਂਗਾ। ਪਹਿਲਾਂ ਤਾਂ ਬੇਨਤੀ ਹੈ ਕਿ ਆਪਣੇ ਜਿਹੜੇ ਸਿਰਮੌਰ ਵਿਦਵਾਨ ਹੋਏ ਹੈ ਉਹਨਾਂ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ, ਪਰ ਜਿਨ੍ਹਾਂ ਨੇ ਸਾਧ ਸੰਗਤ ਜੀ ਕੇਵਲ ਸੁਣ ਕੇ ਹੀ ਅਸਰ ਕਰ ਲੈਣਾ ਨਾ, ਉਹ ਫਿਰ ਸਿੱਖ ਨਹੀਂ ਹੁੰਦੇ, ਕੱਚੇ ਹੁੰਦੇ ਆ, ਉਹ ਡੋਲ ਜਾਂਦੇ। ਜ਼ਰੂਰ ਜਿਹੜੀ ਕੋਈ ਵੀ ਤੁਹਾਡੀ ਪਿਛੋਕੜ ਵਾਲੀ ਚੀਜ਼ ਆ ਉਹਦੀ ਖੋਜ ਕਰੋ, ਉਹਨੂੰ ਵੇਖੋ ਕਿ ਕਿਵੇਂ ਸਾਡੇ ਅੰਦਰ ਪ੍ਰਵਿਰਤ ਹੋਈ ਹੈ। ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਹੋਏ ਹੈ, ਉਹਨਾਂ ਨੇ ਸਾਧ ਸੰਗਤ ਜੀ ਇੱਕ ਗ੍ਰੰਥ ਲਿਖਿਆ ਜਿਸ ਦਾ ਨਾਮ ਹਜ਼ੂਰੀ ਸਾਖੀ ਹੈ, ਅਤੇ ਉਹ ਗ੍ਰੰਥ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਰੇ ਵਿਸਥਾਰ ਨਾਲ ਲਿਖਿਆ ਹੋਇਆ। ਉਹਦੇ ਵਿੱਚ ਹਵਾਲੇ ਦੇ ਕਰਕੇ, ਨਾਲੇ ਜਿਹੜੇ ਆਪ ਹਰਿਮੰਦਰ ਸਾਹਿਬ ਦੀ ਮਰਿਆਦਾ ਨੂੰ ਨਹੀਂ ਮੰਨਦੇ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਹੀਂ ਮੰਨਦੇ, ਅਤੇ ਉਹ ਕੰਪੇਅਰ ਕਰਕੇ ਸੰਗਤ ਨੂੰ ਕੀ ਦੱਸਣਗੇ ਵੀ ਹਜ਼ੂਰ ਸਾਹਿਬ 'ਚ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਚ ਕੀ ਫਰਕ ਹੈ। ਜਿਹੜੇ ਤੁਸੀਂ ਜਾਂ ਤਾਂ ਅਕਾਲ ਤਖ਼ਤ ਸਾਹਿਬ ਨੂੰ ਮੰਨ ਲਓ, ਸ੍ਰੀ ਹਰਿਮੰਦਰ ਸਾਹਿਬ ਦਾ ਹੀ ਮੰਨ ਲਓ, ਸਭ ਥਾਵਾਂ ਤੋਂ ਤੇ ਆਕੀ ਹੈ, ਅਤੇ ਤੁਸੀਂ ਭਾਈ ਸਾਨੂੰ ਕੰਪੇਅਰ ਕਰਕੇ ਕੀ ਦੱਸਣਾ ਹੈ। ਅਕਾਲੀ ਕੌਰ ਸਿੰਘ ਜੀ ਨੇ ਹਜ਼ੂਰੀ ਸਾਖੀ ਦੇ ਅੰਦਰ ਇਹ ਲਿਖਿਆ ਹੋਇਆ ਹੈ ਕਿ ਜੋ ਮਰਿਆਦਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਚੱਲਦੀ ਹੈ, ਬਿਲਕੁਲ ਇਹੀ ਮਰਿਆਦਾ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਿੰਘ ਸਭਾ ਲਹਿਰ ਤੋਂ ਪਹਿਲਾਂ ਚੱਲਦੀ ਹੁੰਦੀ ਸੀਗੀ। ਜੇ ਆਪ ਜੀ ਨੂੰ, ਕਿਉਂਕਿ ਜਿੱਥੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਸੁਣਦੀਆਂ, ਮੈਂ ਹਵਾਲੇ ਦਿਆਂਗਾ, ਨਿਰਣਾ ਭਾਈ ਤੁਸੀਂ ਆਪ ਕਰ ਲਿਓ। ਅਕਾਲੀ ਕੌਰ ਸਿੰਘ ਜੀ ਨੇ ਇਹ ਸਾਰਾ ਜ਼ਿਕਰ ਕੀਤਾ ਹੈ। ਜਦੋਂ ਸਿੰਘ ਸਭਾ ਲਹਿਰ ਦਾ ਸਾਧ ਸੰਗਤ ਜੀ ਚੱਲਣਾ, ਉਹਦੇ ਨਾਲ ਕੀ ਫਾਇਦਾ ਹੋਇਆ, ਕੀ ਨੁਕਸਾਨ ਹੋਇਆ। ਭਾਵੇਂ ਕਿ ਸ਼ਹੀਦਾਂ ਨੇ ਆਪ ਦੀ ਸ਼ਹਾਦਤ ਦਿੱਤੀ, ਪਰ ਉਹਦੇ ਨਾਲ ਨੁਕਸਾਨ ਜੋ ਹੋਇਆ ਇਹ ਮੇਰੇ ਕਹੇ ਬੋਲ ਨਹੀਂ ਜੋ ਹੁਣ ਮੈਂ ਕਹਿਣ ਲੱਗਾ, ਕਿਉਂਕਿ ਪੰਥ ਦੇ ਵਿਦਵਾਨ ਉਹਨਾਂ ਦੀ ਗੱਲ ਵੀ ਆਪਾਂ ਨੂੰ ਜ਼ਰੂਰ ਸੁਣਨੀ ਚਾਹੀਦੀ ਹੈ। ਗਿਆਨੀ ਸੰਤ ਸਿੰਘ ਜੀ ਮਸ਼ਕੀਨ ਪੰਥ ਦੇ ਵਿਦਵਾਨ ਹੋਏ ਹੈ, ਬੜੇ ਸਤਿਕਾਰਯੋਗ ਹੋਏ ਹੈ। ਉਹਨਾਂ ਨੇ ਆਪਣੀ ਕਥਾ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ ਠੀਕ ਉਦਾਸੀ ਭ੍ਰਸ਼ਟ ਸਨ, ਪਰ ਕਿੰਨੇ 2%। ਅੰਗਰੇਜ਼ ਨੇ ਉਹਨਾਂ ਨੂੰ ਭ੍ਰਸ਼ਟ ਕੀਤਾ ਸੀ, ਉਹਨਾਂ ਗੁੰਡੇ ਪਾਲੇ ਸੀ, ਅਤੇ ਗੁਰਦੁਆਰੇ ਸਾਹਿਬਾਂ ਦੀ ਮਾਣ ਮਰਿਆਦਾ ਨੂੰ ਉਹਨਾਂ ਨੇ ਦਾਗੀ ਕੀਤਾ ਸੀ। ਉਹਨਾਂ ਉਦਾਸੀ ਮਹੰਤਾਂ ਦੀ ਇਹ ਜਿਵੇਂ ਨਨਕਾਣਾ ਸਾਹਿਬ ਦਾ ਸਾਕਾ
ਤਰਨਤਾਰਨ ਸਾਹਿਬ ਦਾ ਸਾਕਾ, ਇਹ ਸਿੰਘ ਸਭਾ ਲਹਿਰ ਚੱਲੀ ਸੀ। ਤੇ ਸਿੰਘ ਸਭਾ ਲਹਿਰ ਦੇ ਚੱਲਣੇ ਕਰਕੇ ਫਿਰ ਉਦਾਸੀਆਂ ਕੋਲੋਂ ਸਾਰੇ ਅਸਥਾਨਾਂ ਦਾ ਸੇਵਾ ਸੰਭਾਲ ਖੁੱਸ ਗਈ ਸੀ। ਇਸ ਅਸਥਾਨ ਤੇ ਵੀ ਥੋੜਾ ਚਿਰ ਨਿਰਮਲ ਸੰਪਰਦਾ ਦੇ ਮਹਾਂਪੁਰਖਾਂ ਸੇਵਾ ਕੀਤੀ ਹੈ। ਬੁੱਢੇ ਦਲ ਦੇ ਜਿਹੜੇ ਆ ਦਲ ਵਿੱਚੋਂ ਹੀ ਜਿਹੜੇ ਸਾਧ ਸੰਗਤ ਜੀ ਸਿੰਘ ਜਥੇਦਾਰ ਥਾਪੇ ਜਾਂਦੇ ਰਹੇ ਆ। ਤੋ ਜਿਸ ਸਮੇਂ ਉਹਨਾਂ ਨੇ ਇਹ ਜ਼ਿਕਰ ਕੀਤਾ, ਕਹਿੰਦੇ ਉਦਾਸੀ ਭ੍ਰਸ਼ਟ ਸਨ 2%, ਤੇ ਉਹਨਾਂ ਨੇ ਆਪਣੇ ਸਮੇਂ ਦਾ ਕਿਹਾ ਕਿ ਅੱਜ ਕਿੰਨੇ ਭ੍ਰਸ਼ਟ ਵਾ ਤੇ ਗੁਰਦੁਆਰੇ ਸਾਹਿਬਾਂ ਦੇ ਪ੍ਰਬੰਧਕੀ ਢਾਂਚੇ ਦਾ ਕੀ ਹਾਲ ਵਾ। ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਗੁਰੂ ਘਰ ਦੀ ਮਾਣ ਮਰਿਆਦਾ ਨੂੰ ਕਿਵੇਂ ਤੋੜਿਆ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸੇ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਇੱਥੋਂ ਤੱਕ ਹਵਾਲਾ ਦੇਣ ਵਾਲਿਆਂ ਨੇ ਅਕਾਲੀ ਕੌਰ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਵੀ ਸ਼ੇਰੇ ਪੰਜਾਬ ਜੀ ਦੇ ਵਕਤ ਸਿਰ ਸ਼੍ਰੀ ਦਸਮ ਗ੍ਰੰਥ ਜੀ ਦਾ ਪ੍ਰਕਾਸ਼ ਹੁੰਦਾ ਸੀ। ਜਿਹੜੇ ਅੱਜ ਇਹ ਕਹਿੰਦੇ ਹੈ ਕਿ ਤਖਤ ਹਜੂਰ ਸਾਹਿਬ ਇੱਕ ਮੰਦਿਰ ਦੱਸਣਾ ਚਾਹੁੰਦੇ ਹੈ, ਗਿਆਨੀ ਸੰਤ ਸਿੰਘ ਜੀ ਮਸ਼ਕੀਨ ਨੇ ਕਿਹਾ, ਅਗਰ ਜੇ ਸਿੰਘ ਸਭਾ ਇਹ ਲਹਿਰ ਨਾ ਚੱਲਦੀ ਜਾਂ ਅੰਬੇਦਕਰ ਨੂੰ ਜਿਹੜਾ ਹੈ ਉਹਨਾਂ ਨੇ ਆਪਣੇ ਨਾਲ ਰਲਾਇਆ ਹੁੰਦਾ, ਗਾਂਧੀ ਹੁਣੀ ਜੇ ਇਸ ਗੱਲ ਦਾ ਵਿਰੋਧ ਨਾ ਕਰਦੇ, ਤੇ ਅੱਜ ਕਹਿੰਦੇ ਹਿੰਦੁਸਤਾਨ ਦੇ 80% ਦੀ ਮੰਦਿਰਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਸੀ। ਕਿਉਂਕਿ ਬਹੁਤ ਸਾਰੇ ਮੰਦਿਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀ ਪਹਿਲਾਂ। ਸਾਧ ਸੰਗਤ ਜੀ, ਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਹੁੰਦਾ, ਸਤਿਗੁਰਾਂ ਜੀ ਤੋਂ ਰਹਿਨੁਮਾਈ ਲੈਂਦੇ, ਬਾਣੀ ਨਾਲ ਜੁੜਨਾ ਸੀ ਨਾ। ਹੌਲੀ ਹੌਲੀ ਕੀ ਹੈ, ਗੁਰਬਾਣੀ ਦੇ ਬੋਧ ਵਿੱਚ ਪਤਾ ਚੱਲਦਾ ਜਾਂਦਾ ਸੀ। ਭਾਵੇਂ ਕਿ ਬਹੁਤ ਥੋੜੇ ਲੋਕ ਸੀ ਜਿਹੜੇ ਸਤਿਗੁਰਾਂ ਜੀ ਤੋਂ ਪਹਿਲਾਂ ਤਾਂ ਇਹੀ ਸੀਗਾ ਪੱਥਰਾਂ ਨੂੰ ਮੰਨਣਾ ਜਾਂ ਕਿਸੇ ਪ੍ਰਕਾਰ ਦੇਵੀ ਦੇਵਤਿਆਂ ਨੂੰ ਪੂਜਣਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੁਹਾਈ ਫੇਰੀ ਸੀ ਇਸ ਭਾਰਤ ਵਰਸ਼ ਦੇ ਅੰਦਰ, ਤੇ ਬਹੁਤਾਤ ਲੋਕ ਸ਼ਬਦ ਨਾਲ ਜੁੜੇ ਸੀ। ਮੰਦਿਰਾਂ ਵਿੱਚ ਅਸੀਂ ਸਾਡਾ ਇਹ ਆਪਣਾ ਅਕੀਦਾ ਹੈ। ਮਹਾਰਾਜ ਜਿਹੜਾ ਸਿੱਖ ਧਰਮ ਹੈ ਨਾ, ਖਾਲਸਾ ਧਰਮ, ਇਹ ਪਿਆਰ ਦਾ ਧਰਮ ਹੈ। ਸਾਧ ਸੰਗਤ ਜੀ, ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਇਹ ਆਗਿਆ ਕੀਤੀ, ਜਿੱਥੇ ਆਪਾਂ ਆਪਣੇ ਗੁਰੂ ਅਸਥਾਨਾਂ ਦਾ ਸਤਿਕਾਰ ਕਰਦੇ ਹਾਂ, ਅਸੀਂ ਮੰਦਿਰਾਂ ਦਾ ਵੀ ਸਤਿਕਾਰ ਕਰਦੇ ਹਾਂ। ਕਿਉਂਕਿ ਤਖਤ ਸਾਹਿਬ ਤੋਂ ਇਹ ਹੁੰਦੀ ਕਥਾ, ਬਹੁਤ ਸਾਰੇ ਹਿੰਦੂ ਵੀਰ, ਹਿੰਦੂ ਪਰਿਵਾਰ ਜਿਹੜੇ ਉਹ ਇਸ ਕਥਾ ਨੂੰ ਸੁਣਦੇ ਆ, ਤੇ ਬੜੀਆਂ ਹਿੰਦੂ ਫੈਮਲੀਆਂ ਤਖਤ ਸਾਹਿਬ ਨਾਲ ਜੁੜੀਆਂ ਹੋਈਆਂ ਨੇ। ਤੇ ਇਹ ਲੋਕ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਜੀ, ਸਿੱਖ ਹਿੰਦੂਆਂ ਨੂੰ ਪਸੰਦ ਨਹੀਂ ਕਰਦੇ ਜਾਂ ਇਹਨਾਂ ਦਾ ਮੰਦਿਰਾਂ ਨਾਲ ਕੋਈ ਵਿਰੋਧ ਹੈ। ਜੇ ਵਿਰੋਧ ਹੁੰਦਾ, ਮੈਂ ਕਈ ਮਿਸਾਲਾਂ ਦੇ ਸਕਦਾ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਵਿਸ਼ਵਨਾਥ ਦੇ ਮੰਦਿਰ ਦੇ ਉੱਤੇ ਸੋਨਾ ਲਵਾਇਆ। ਜੇ ਹਰਿਮੰਦਰ ਸਾਹਿਬ ਸੋਨਾ ਲਾਇਆ ਨਾ, ਖਾਲਸਾ ਰਾਜ ਦੇ ਵਕਤ ਮੰਦਿਰਾਂ ਦੇ ਉੱਤੇ ਵੀ ਸੋਨਾ ਲਾਇਆ। ਨਰੰਗੇ ਦੇ ਘੇਰੇ ਹੋਏ ਮੰਦਿਰ ਜਿਹੜੇ ਸੀਗੇ ਸ਼ੇਰੇ ਪੰਜਾਬ ਜੀ ਨੇ ਬਣਵਾਏ। ਫਿਰ ਜਿਹੜੇ ਸ਼ਬਦ ਦੀ ਅੱਜ ਕਥਾ ਆਰੰਭ ਹੋਣੀ ਹੈ ਨਾ, ਅਚਲ ਸਾਹਿਬ ਇਹ ਉਥਾਨ ਕਾ ਹੋਣੀ ਹੈ, ਤੇ ਅੱਜ ਤਾਂ ਆਖਰੀ ਅਰਥ ਹੀ ਕਰਾਂਗੇ। ਉਹ ਅਚਲ ਸਾਹਿਬ ਜਿਹੜਾ ਮੰਦਿਰ ਸ਼ਿਵਾਂ ਦਾ ਬਣਿਆ ਹੋਇਆ, ਉਹ ਵੀ ਸ਼ੇਰੇ ਪੰਜਾਬ ਜੀ ਨੇ ਬਣਵਾਇਆ। ਪਹਿਲਾਂ ਉੱਥੇ ਮੰਦਿਰ ਨਹੀਂ ਸੀਗਾ ਹੁੰਦਾ, ਤੋ ਛੋਟਾ ਸੀਗਾ ਬਹੁਤ। ਸਤਿਗੁਰਾਂ ਜੀ ਦਾ ਪਾਵਨ ਅਸਥਾਨ ਵੀ ਇੱਕ ਸਾਧ ਸੰਗਤ ਜੀ ਪਾਸੇ ਬਣਿਆ ਹੋਇਆ। ਜੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਵੱਧ ਤੋਂ ਵੱਧ ਕਹਿੰਦੇ ਜੀ ਹਿੰਦੂਆਂ ਦੇ ਬੜੇ ਵਿਰੋਧੀ ਸੀ, ਮਹਾਂਪੁਰਖਾਂ ਦੀ ਆਪਣੀ ਰਸਨਾ ਤੋਂ ਹੈ। ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਤੇ ਬਾਬਾ ਥਾਰਾ ਸਿੰਘ ਜੀ ਨੂੰ ਜਦੋਂ ਗੁਰਦਾਸਪੁਰ ਜੇਲ੍ਹ ਦੇ ਅੰਦਰ ਡੱਕਿਆ ਗਿਆ ਹਕੂਮਤ ਵੱਲੋਂ, ਉੱਥੇ ਗੁਰਦੁਆਰੇ ਸਾਹਿਬ ਜੀ ਦੀ ਇਮਾਰਤ ਜਿਹੜੀ ਸੀ ਉਹ ਇੰਨੀ ਵਧੀਆ ਨਾ ਹੋਣ ਕਰਕੇ, ਤੇ ਜਦੋਂ ਇਹ ਦੋਵੇਂ ਹੀ ਸਿਰ ਕੱਢਵੇਂ ਯੋਧੇ ਸੀਗੇ ਪੰਥ ਦੇ ਅੰਦਰ, ਜਥੇਬੰਦੀ ਦੇ ਅੰਦਰ, ਜਿੰਨਾ ਇਹਨਾਂ ਦਾ ਮਾਣ ਸੀ ਇਹਨਾਂ ਦੇ ਜਾਣੇ ਕਰਕੇ, ਉੱਥੇ ਲਹਿਰਾਂ ਬਹਿਰਾਂ ਲੱਗ ਗਈਆਂ। ਤੇ ਸਿੰਘਾਂ ਜਿਹੜਾ ਅੰਦਰ ਕਿਹਾ, ਮਹਾਰਾਜ ਇੱਥੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਵਾਓ। ਤੇ ਬਾਬਾ ਥਾਰਾ ਸਿੰਘ ਸਾਹਿਬ ਜੀ ਨੇ ਫਿਰ ਗੁਰਦੁਆਰੇ ਸਾਹਿਬ ਦੀ ਸੇਵਾ ਕਰਵਾਈ, ਉੱਥੇ ਵੱਡੀ ਸੋਹਣੀ ਇਮਾਰਤ ਬਣਾਈ। ਤੇ ਜਿਹੜੇ ਉੱਥੇ ਸਾਧ ਸੰਗਤ ਜੀ ਕੁਝ ਹਿੰਦੂ ਵੀਰ ਸੀਗੇ, ਉਹ ਕਹਿਣ ਲੱਗੇ, ਬਾਬਾ ਜੀ ਤੁਸੀਂ ਆ ਗੁਰਦੁਆਰੇ ਸਾਹਿਬ ਬਣਾ ਦਿੱਤਾ, ਮਹਾਰਾਜ ਸਾਡੇ ਵਾਸਤੇ ਇੱਥੇ ਮੰਦਿਰ ਵੀ ਬਣਾ ਦਿਓ, ਅਸੀਂ ਵੀ ਆਪਣੀਆਂ ਪੂਜਾ ਪਾਠ ਕਰ ਲਿਆ ਕਰਾਂਗੇ। ਤੇ ਜੇ ਉਹਨਾਂ ਦੇ ਮਨ ਵਿੱਚ ਕੋਈ ਵੈਰ ਹੁੰਦਾ ਤੇ ਉਹ ਕਿਉਂ ਮੰਦਿਰ ਬਣਾ ਕੇ ਦਿੰਦੇ। ਉੱਥੇ ਉਹਨਾਂ ਨੇ ਹਿੰਦੂ ਵੀਰਾਂ ਦੇ ਪੂਜਾ ਕਰਨ ਲਈ ਸੋਹਣਾ ਮੰਦਿਰ ਵੀ ਸਾਧ ਸੰਗਤ ਜੀ ਬਣਾਇਆ। ਜਿਹੜੇ
ਇਹ ਕੋਈ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨਾ ਚਾਹੁੰਦੇ ਆ ਨਾ, ਮੈਂ ਬੇਨਤੀ ਕਰਦਿਆਂ ਜਿਹੜਾ ਰਾਜਨੀਤਿਕ ਹੁੰਦਾ ਹੈ ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਮੁਸਲਮਾਨ ਹੈ। ਉਹਨੂੰ ਆਪਣੀ ਕੁਰਸੀ ਕਾਇਮ ਰੱਖਣ ਨਾਲ ਮਤਲਬ ਹੁੰਦਾ ਹੈ। ਤੇ ਉਹ ਫਿਰ ਇਹ ਅਫਸੋਸ ਹੈ ਅੱਜ ਕਿ ਹਿੰਦੁਸਤਾਨ ਦੇ ਅੰਦਰ ਧਰਮ ਦੇ ਨਾਂ ਤੇ ਵੋਟਾਂ ਪੈਂਦੀਆਂ ਨੇ, ਧਰਮ ਦੇ ਨਾਂ ਤੇ ਭੜਕਾ ਕੇ ਰਾਜ ਗੱਦੀ ਕਾਇਮ ਰੱਖਦੇ ਹੈ। ਤੇ ਜਿਹੜੇ ਸਿਆਣੇ ਕੋਈ ਹਨ, ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਉਹ ਇਸ ਦੇਸ਼ ਦੇ ਭਵਿੱਖ ਵਾਸਤੇ ਬਹੁਤ ਚਿੰਤਤ ਨੇ ਕਿ ਦੇਸ਼ ਦਾ ਹਾਲ ਕੀ ਹੋਊਗਾ, ਕਿਉਂਕਿ ਹੁਣ ਫਿਰਕਾ ਪ੍ਰਸਤੀ ਦਾ ਨਾਚ ਇਸ ਦੇਸ਼ ਦੇ ਅੰਦਰ ਹੋ ਰਿਹਾ ਹੈ ਤੇ ਕਰਦੇ ਉਹ ਆਪ ਹੈ ਤੇ ਸਾਬਤ ਸਿੱਖਾਂ ਨੂੰ ਕਰਨਾ ਚਾਹੁੰਦੇ ਆ ਕਿ ਸਿੱਖ ਫਿਰਕਾ ਪ੍ਰਸਤੀ ਦਾ ਜਿਹੜਾ ਬੀਜ ਬੀਜਦੇ ਆ। ਸਿੱਖ ਤਾਂ ਸਦਾ ਏਕਤਾ ਦਾ ਹੀ ਬੀਜ ਬੀਜਦੇ ਰਹੇ ਆ। ਤੋ ਸਾਧ ਸੰਗਤ ਜੀ, ਇਹ ਭੁਲੇਖੇ ਪਾਏ ਜਾਂਦੇ ਆ ਜਦੋਂ ਕਿ ਤਖ਼ਤ ਸਾਹਿਬ ਦੇ ਉੱਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਸਭ ਕੁਝ ਗੁਰਮਤ ਰਹਿਤ ਮਰਿਆਦਾ ਦੇ ਅਨੁਸਾਰ ਚੱਲਦਾ ਹੈ। ਅਕਾਲੀ ਕੌਰ ਸਿੰਘ ਜੀ ਦਾ ਇਹ ਲਿਖਣਾ ਕਿ ਸਾਰਾ ਕੁਝ ਸਿੰਘ ਸਭਾ ਲਹਿਰ ਤੋਂ ਪਹਿਲਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸੇਮ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਰਗੂ ਹੁੰਦਾ ਸੀਗਾ। ਤੇ ਇੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਸਾਖੀ ਸ੍ਰੀ ਰਹਿਤ ਮਰਿਆਦਾ ਜੀ ਕੀ ਭਾਈ ਗੁਰਚਰਨਜੀਤ ਸਿੰਘ ਜੀ ਲਾਂਬਾ ਅਮਰੀਕਾ ਤੋਂ, ਉਹਨਾਂ ਨੇ ਇਹ ਕਿਤਾਬ ਲਿਖੀ ਹੈ, ਅਜੇ ਛਪਣੀ ਹੈ। ਤੇ ਉਸ ਕਿਤਾਬ ਦੇ ਮੁੱਢ ਵਿੱਚ ਸਿੰਘ ਸਾਹਿਬ ਜੀ ਤੋਂ ਅਸੀਸ ਲੈਣ ਵਾਸਤੇ ਉਹਨਾਂ ਨੇ ਜਿਹੜਾ ਬੇਨਤੀ ਕੀਤੀ ਤੇ ਉਹ ਕਿਤਾਬ ਜਿਹੜੀ ਆ ਉਹਨਾਂ ਮੇਲ ਕੀਤੀ, ਪਰ ਤਖ਼ਤ ਸਾਹਿਬ ਤੇ ਅਜੇ ਤੱਕ ਆ ਨਹੀਂ ਸਕੀ ਕਿਉਂਕਿ ਸਭ ਕੁਝ ਬੰਦ ਹੋ ਗਿਆ। ਉਹਨਾਂ ਨੇ ਜ਼ਿਕਰ ਕੀਤਾ ਉਸ ਦੇ ਅੰਦਰ, ਮੈਂ ਪੜ੍ਹੀ ਨਹੀਂ ਆਪ, ਪਰ ਜਦੋਂ ਆਵੇਗੀ ਫਿਰ ਪੂਰਨ ਤੌਰ ਤੇ ਮੈਂ ਕਹਿ ਸਕਾਂਗਾ। ਪਰ ਮੈਨੂੰ ਉਹਨਾਂ ਜਿੰਨਾ ਕੁ ਦੱਸਿਆ, ਕਹਿੰਦੇ ਸਾਰੇ ਪੰਥ ਦੀ ਮਰਿਆਦਾ ਇੱਕ, ਕੋਈ ਦੂਸਰੀ ਮਰਿਆਦਾ ਕਿਤੇ ਵੀ ਨਹੀਂ। ਤੇ ਮੁੱਢਲੇ ਰੂਪ ਵਿੱਚ ਸਾਧ ਸੰਗਤ ਜੀ ਅੱਜ ਵੀ ਪੰਥ ਦੀ ਮਰਿਆਦਾ ਇੱਕ ਹੀ ਹੈ। ਇਹ ਜਿਹੜੇ ਫਿਰਕਾ ਪ੍ਰਸਤ ਲੋਕ ਹੈ ਨਾ, ਉਹ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਆ। ਉਹਦੇ ਵਾਸਤੇ ਦੇਖੋ, ਜਿਹੜੇ ਟੱਲ ਹਨ ਨਾ, ਇੱਕ ਤਾਂ ਮੰਦਿਰ ਵਿੱਚ ਟੱਲ ਉੱਪਰ ਵੱਜਿਆ ਹੁੰਦਾ, ਇੱਥੇ ਕੋਈ ਉੱਪਰ ਟੱਲ ਨਹੀਂ ਵੱਜਿਆ ਹੋਇਆ। ਤੇ ਜੇ ਮੰਦਿਰ ਵਿੱਚ ਉਵੇਂ ਟੱਲੀਆਂ ਵਜਾਉਂਦੇ ਆ ਜ਼ਰੂਰ, ਪਰ ਇੱਥੇ ਜਿਹੜਾ ਸਾਧ ਸੰਗਤ ਜੀ ਜੇ ਵਜਾਇਆ ਜਾਂਦਾ ਹੈ, ਪਹਿਲੋਂ ਮੈਂ ਬੇਨਤੀ ਕਰਦੇ ਹਾਂ ਕਿ ਇੱਥੇ ਸ੍ਰੀ ਦਸਮ ਬਾਣੀ ਨੂੰ ਗੁਰੂ ਕੀ ਬਾਣੀ ਸਮਝਿਆ ਜਾਂਦਾ ਹੈ। ਜਿਹੜੇ ਸਮਝਦੇ ਨਾ ਕਿ ਦਸਮ ਬਾਣੀ ਮਹਾਰਾਜ ਦੀ ਬਾਣੀ ਨਹੀਂ, ਇੱਥੇ ਵੇਖੋ ਕਦੇ ਪਸੌੜੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਦਸਮ ਗ੍ਰੰਥ ਜੀ ਦਾ ਸਰੂਪ ਥੱਲੇ ਸਿੱਟ ਦਿੱਤਾ ਸੀਗਾ। ਮਾਫ ਕਰਨਾ, ਮੈਂ ਵਧਾ ਚੜਾ ਕੇ ਨਹੀਂ ਕਹਿ ਰਿਹਾ, ਸਭ ਕੁਝ ਲਿਖਤ ਵਿੱਚ ਹੈ। ਤੇ ਕਿਸੇ ਦੀ ਜੁਰਤ ਹੈ ਇਸ ਤਖਤ ਤੇ ਆ ਕੇ ਸ੍ਰੀ ਦਸਮ ਮਹਾਰਾਜ ਦੀ ਬਾਣੀ ਦੀ ਬੇਅਦਬੀ ਕਰ ਜਾਵੇ, ਉੱਥੇ ਕਰਾ ਲਈ। ਦਸਮ ਦੀ ਬਾਣੀ ਨੂੰ ਸਤਿਗੁਰਾਂ ਜੀ ਦੀ ਬਾਣੀ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਜਿੱਥੇ ਫਿਰ ਮਹਾਰਾਜ ਜੀ ਨੇ ਕਿਹਾ ਨਾ, ਸੰਖਨ ਕੀ ਤੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ, ਇੱਥੇ ਫੁੱਲਾਂ ਦੀ ਵਰਖਾ ਵੀ ਕੀਤੀ ਜਾਂਦੀ ਹੈ ਤੇ ਸੰਖਾਂ ਦਾ ਨਾਦ ਵੀ ਪੂਰਿਆ ਜਾਂਦਾ। ਫਿਰ ਕੱਲ ਨੂੰ ਕਹਿਣਗੇ ਜੀ ਉਹ ਸੰਖ ਦਾ ਨਾਦ ਮੰਦਿਰ 'ਚ ਵੀ ਪੂਰਦੇ ਆ। ਤੇ ਜੇ ਕੋਈ ਮੰਦਿਰ 'ਚ ਚੀਜ਼ ਕਰਦੇ ਹੈ ਤੇ ਕੋਈ ਚੰਗੀ ਚੀਜ਼ ਜਿਹੜੀ ਸਤਿਗੁਰਾਂ ਸਾਨੂੰ ਦਿੱਤੀ ਹੈ ਤੇ ਉਹ ਇਹ ਜਾਣ ਕੇ ਤਿਆਗ ਦੋ, ਨਹੀਂ ਜੀ ਨਾਰੀਅਲ ਤਾਂ ਬਾਹਮਣ ਰੱਖਦੇ ਹੁੰਦੇ ਆ। ਫਿਰ ਸਭ ਤੋਂ ਪਹਿਲਾਂ ਬਾਹਮਣਵਾਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੀਤਾ ਹੋਵੇਗਾ ਜਦੋਂ ਗੁਰਿਆਈ ਤਖਤ ਬਖਸ਼ਿਆ ਹੋਵੇਗਾ। ਫਰੀਮਾਉਂਟ ਅਮਰੀਕਾ ਵਿਖੇ ਮੈਂ ਕਥਾ ਕਰਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਤੋਂ ਬਾਅਦ ਜਦੋਂ ਮਹਾਰਾਜ 10ਵੇਂ ਪਾਤਸ਼ਾਹ ਨੂੰ ਗੁਰਿਆਈ ਤਿਲਕ ਹੋਇਆ ਤੇ ਉਹ ਪ੍ਰਸੰਗ ਆਇਆ। ਮੈਨੂੰ ਕੁਝ ਜਿਹੜੇ ਬਜ਼ੁਰਗ ਸੀ ਕਹਿਣ ਲੱਗੇ ਕਿ ਆਹ ਤਿਲਕ ਕਿਉਂ ਤੁਸੀਂ ਕਥਾ ਕੀਤੀ ਹੈ। ਮੈਂ ਕਿਹਾ ਮੈਂ ਥੋੜਾ ਲਿਖਿਆ, ਮੈਂ ਤਾਂ ਕਥਾ ਕੀਤੀ ਹੈ। ਕਹਿਣ ਲੱਗੇ ਨਹੀਂ ਜੀ ਇਹ ਹੁੰਦਾ ਨਹੀਂ। ਮੈਂ ਕਿਹਾ ਵੀ ਤੁਸੀਂ ਕਿੱਥੋਂ ਪੜ੍ਹ ਲਿਆ ਜਾਂ ਕਿੱਥੋਂ ਸੁਣ ਲਿਆ ਕਿ ਹੁੰਦਾ ਨਹੀਂ, ਕਿ ਜਾਂ ਆਪਣੇ ਮਨ ਦੀ ਮਨੌਤ ਹੀ ਤੁਸੀਂ ਸਮਝੀ ਹੋਈ ਹੈ। ਤੋ ਇਸ ਪ੍ਰਕਾਰ ਜਿਹੜੇ ਢੀਠ ਮਨ ਕਰਕੇ ਸਾਧ ਸੰਗਤ ਜੀ ਆਪਣੀ ਮਨ ਦੀ ਮਨੌਤ ਕਰਦੇ ਹੈ, ਇਹ ਉਹਨਾਂ ਦੀ ਆਪਣੀ ਮਰਜ਼ੀ ਹੈ। ਪਰ ਗੁਰੂ ਘਰ ਦੇ ਅੰਦਰ ਇਹ ਰਵਾਇਤਾਂ ਨੇ। ਸਤਿਗੁਰਾਂ ਜੀ ਜਦੋਂ ਗੁਰਿਆਈ ਤਿਲਕ ਕਢਵਾਇਆ ਸੀਗਾ, ਮਸਤਕ ਦੇ ਉੱਤੇ ਤਿਲਕ ਦਿੱਤਾ ਸੀ, ਭਾਵੇਂ ਕਿ ਅੱਗੇ ਵੀ ਮੈਂ ਕਈ ਵਾਰੀ ਤਖ਼ਤ ਸਾਹਿਬ ਤੋਂ ਜ਼ਿਕਰ ਕੀਤਾ, ਪਰ ਵਿਸ਼ੇਸ਼ ਕਰਕੇ ਇਹ ਕਹਿੰਦੇ ਸੰਗਤਾਂ ਦੇ ਅੰਦਰ ਮੈਂ ਨੈਟ ਨਹੀਂ ਜ਼ਿਆਦਾ ਦੇਖਦਾ, ਕਿਉਂ ਜੇ ਉਧਰ ਨੂੰ ਵੇਖੀਏ ਤੇ ਉਧਰ ਹੀ ਧਿਆਨ ਲੱਗਾ ਰਹਿੰਦਾ ਹੈ। ਮੈਨੂੰ ਦੱਸਿਆ ਸਿੰਘਾਂ ਨੇ ਤੇ
कि ये तख्त साहब बारे कोई इहो जिहियां गलत गल्लां कीतियां जा रहीਆਂ। तो साध संगत जी, ਪਹਿਲਾਂ ਤਾਂ ਆਪ जी ये समझना कि तिलक क्यों लाया जाता है। ਜਿਹੜਾ तिलक है ना, ये ਜਦੋਂ इस ਭਾਰਤ ਵਰਸ਼ ਦੇ ਅੰਦਰ ਵੀ ਇਹ ਪੁਰਾਤਨਤਾ, ਜਦੋਂ ਰਾਜੇ ਰਾਜ ਗੱਦੀ ਅੱਗੇ ਦਿੰਦੇ ਸੀਗੇ, ਉਹ ਗੱਦੀ ਤੇ ਬੈਠੇ ਨੂੰ ਤਿਲਕ ਲਾਉਂਦੇ ਸੀ, ਜਾਂ ਜਦੋਂ ਯੁੱਧ ਨੂੰ ਕੋਈ ਚੜ੍ਹਦਾ ਸੀ ਉਹਨੂੰ ਵਿਜੇ ਸ਼੍ਰੀ ਦਾ, ਜਿੱਤ ਦਾ ਤਿਲਕ ਲਾਉਂਦੇ ਸੀਗੇ। ਸਤਿਗੁਰਾਂ ਜੀ ਨੇ ਜਿਹੜੀ ਮਾਣ ਮਰਿਆਦਾ ਨੂੰ ਸਾਧ ਸੰਗਤ ਜੀ ਤੋਰਿਆ ਹੈ, ਉਹ ਕਦੇ ਵੀ ਮਨਮਤ ਨਹੀਂ ਹੋ ਸਕਦੀ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਅੰਗਦ ਸਾਹਿਬ ਦੇ ਮਸਤਕ ਤੇ ਤਿਲਕ ਕਢਾਇਆ ਸੱਚੇ ਪਾਤਸ਼ਾਹ ਜੀ ਨੇ। ਫਿਰ ਉਹ ਕਹਿੰਦੇ ਜੀ ਹੁਣ ਕਿਹੜਾ ਗੁਰਿਆਈ ਤਖਤ ਦਿੱਤਾ ਜਾ ਰਿਹਾ ਹੈ। ਅਕਾਲੀ ਕੌਰ ਸਿੰਘ ਜੀ ਨੇ ਲਿਖਿਆ ਹੈ ਕਿ ਇਹ ਸਾਰਾ ਕੁਝ ਹੀ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਬਰਕਰਾਰ ਸੀਗਾ, ਹੁੰਦਾ ਸੀਗਾ, ਪਰ ਸਭ ਕੁਝ ਹੁਣ ਨਹੀਂ ਉੱਥੇ ਹੁੰਦਾ। ਪਰ ਇਸ ਦੀ ਤਿਲਕ ਲਾਉਣ ਦੀ ਗਵਾਹੀ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਵਾਰਾਂ ਵਿੱਚ ਵੀ ਦਿੱਤੀ ਹੈ ਕਿ ਮੱਥਾ ਤਿਲਕ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਲਿਖਿਆ, ਜ਼ਰੂਰ ਸਤਿਗੁਰਾਂ ਜੀ ਨੇ ਬਾਣੀ ਵਿੱਚ ਇਹ ਗੱਲ ਕਹੀ ਹੈ ਕਿ ਕੱਲਾ ਮਸਤਕ ਤੇ ਤਿਲਕ ਨਾ ਲਾਇਆ ਰਹਿ ਜਾਵੇ, ਤੁਸੀਂ ਭਾਈ ਜਸ ਰੂਪੀ ਤਿਲਕ ਵੀ ਆਪਣੇ ਮਸਤਕ ਤੇ ਲਾਓ, ਗੁਰੂ ਸਾਹਿਬ ਦਾ ਜਸ ਵੀ ਜ਼ਰੂਰ ਕਰੋ। ਤੇ ਫਿਰ ਉੱਥੇ ਤਿਲਕ ਲਾ ਕੇ ਜਿਹੜੇ ਹੈ ਸਾਧ ਸੰਗਤ ਜੀ ਕੋਈ ਮੂਰਤੀ ਪੂਜਾ ਤਾਂ ਨਹੀਂ ਨਾ ਕਰਦੇ, ਸਤਿਗੁਰਾਂ ਜੀ ਦੇ ਸ਼ਬਦ ਵਿੱਚ ਜੁੜਦੇ ਆ ਨਾ। ਭਾਈ ਗੁਰਦਾਸ ਜੀ ਨੇ ਕਿਹਾ ਮੱਥਾ ਤਿਲਕ ਲਾਲ ਲਾਏ, ਸਾਧ ਸੰਗਤ ਚੱਲ ਜਾਏ ਬਹੰਦੇ। ਸਾਧ ਸੰਗਤ ਵਿੱਚ ਹੀ ਚੱਲ ਕਰਕੇ ਜਾ ਕਰਕੇ ਬਹੰਦੇ ਬਹਿੰਦੇ ਆ। ਤੇ ਜੇ ਤਿਲਕ ਲਾਉਣਾ ਹਿੰਦੂ ਮਰਿਆਦਾ ਤੇ ਫਿਰ ਭਾਈ ਗੁਰਦਾਸ ਸਾਹਿਬ ਜੀ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਭਾਵੇਂ ਕਿ ਰਿਖੀ ਹੋਏ ਵੇਦ ਵਿਆਸ ਜੀ ਬੜੇ ਮਹਾਨ, ਪਰ ਭਾਈ ਗੁਰਦਾਸ ਜੀ ਦੀ ਕੋਈ ਰਿਖੀ ਵੀ ਕਿਵੇਂ ਬਰਾਬਰੀ ਕਰ ਸਕਦਾ, ਜਿਹੜੇ ਗੁਰੂ ਘਰ ਦੇ ਅਨੰਨ ਸਿੱਖ ਤੇ ਬ੍ਰਹਮ ਗਿਆਨੀ ਹੈ। ਤੇ ਸਾਧ ਸੰਗਤ ਜੀ, ਉਹਨਾਂ ਨੇ ਇਹ ਜਿਨ੍ਹਾਂ ਦੀ ਬਾਣੀ ਨੂੰ ਸਤਿਗੁਰਾਂ ਜੀ ਨੇ ਬਾਣੀ ਦੀ ਕੁੰਜੀ ਕਿਹਾ ਹੈ, ਜਿਨੇ ਆਪ ਹੀ ਪ੍ਰਸ਼ਨ ਕਰ ਲੈਣਾ, ਆਪ ਹੀ ਉੱਤਰ ਦੇ ਲੈਣਾ ਹੈ, ਉਹਦਾ ਸਾਧ ਸੰਗਤ ਜੀ ਕੀ ਹੈ, ਮਨ ਦੀ ਮਨਸ਼ਾ ਮਾੜੀ ਹੈ ਕਿ ਸਿੱਖਾਂ ਦੇ ਅੰਦਰ ਦੁਬਿਧਾ ਪਵੇ। ਕਦਾਚਿਤ ਉਹ ਇਹ ਜਾਣਨਾ ਨਹੀਂ ਚਾਹੁੰਦੇ ਕਿ ਇਹ ਕਿਉਂ ਹੈ, ਇਹਦਾ ਕਾਰਨ ਕੀ ਹੈ, ਬਸ ਸਿੱਖ ਸੰਗਤਾਂ ਦੇ ਅੰਦਰ ਦੁਬਿਧਾ ਪਾਉਣੀ ਚਾਹੁੰਦੇ ਹੈ। ਤੇ ਇਹ ਹੈ ਸਾਧ ਸੰਗਤ ਜੀ ਇਸ ਪ੍ਰਕਾਰ ਤਿਲਕ ਬਾਰੇ ਜੋ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ, ਜੋ ਸਤਿਗੁਰਾਂ ਜੀ ਨੇ ਇਹ ਸਾਨੂੰ ਬਖਸ਼ਿਸ਼ਾਂ ਕੀਤੀਆਂ ਨੇ। ਤੇ ਇਹ ਜ਼ਰੂਰ ਹੈ ਕਿ ਭਾਵੇਂ ਇੱਥੋਂ ਦੇ ਹਜ਼ੂਰੀ ਸਿੰਘਾਂ ਨੂੰ ਸਾਧ ਸੰਗਤ ਜੀ ਇਹ ਹੈ ਕਿ ਸਤਿਗੁਰਾਂ ਜੀ ਦੀ ਇਹ ਮਰਿਆਦਾ ਨੂੰ ਜੇ ਉਹ ਕਹਿਣ ਕਿ ਸਾਨੂੰ ਜਿਹੜਾ ਭਾਵੇਂ ਇੰਨਾ ਨਹੀਂ ਪਤਾ, ਪਰ ਅਸੀਂ ਇਹ ਮਰਿਆਦਾ ਨਹੀਂ ਬਦਲੀ ਤੇ ਨਹੀਂ ਬਦਲਣੀ, ਕਿਉਂਕਿ ਜੋ ਸਤਿਗੁਰਾਂ ਜੀ ਦੇ ਤਖਤ ਤੇ ਸਦੀਆਂ ਤੋਂ ਇਨ ਬਿਨ ਚੱਲਦਾ ਆ ਰਿਹਾ ਹੈ, ਉਸ ਨੂੰ ਇਹਨਾਂ ਨੇ ਸਾਂਭ ਕੇ ਰੱਖਿਆ। ਤੇ ਬਹੁਤ ਐਸੇ ਸਮੇਂ ਵੀ ਔਖੇ ਆਏ ਜਦੋਂ ਕਿ ਇੱਥੇ ਜਿਹੜਾ ਹੈ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਨਾਸ਼ ਕਰਨ ਲਈ ਬਹੁਤ ਜ਼ਿਆਦਾ ਜਿਹੜਾ ਸੀ ਸ਼ਰਾਰਤੀਆਂ ਵੱਲੋਂ ਉਪਦਰਵ ਕੀਤੇ ਗਏ, ਕਈ ਪ੍ਰਕਾਰ ਦੀਆਂ ਮੁਹਿੰਮਾਂ ਚੜਾਈਆਂ ਗਈਆਂ। ਉਦੋਂ ਇਹਨਾਂ ਦੇ ਪੁਰਖਿਆਂ ਨੇ ਇੱਥੇ ਡਟ ਕਰਕੇ ਤਖਤ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਿਆ, ਆਪਣੀਆਂ ਸ਼ਹਾਦਤਾਂ ਤੱਕ ਦਿੱਤੀਆਂ, ਜਿਨ੍ਹਾਂ ਦੇ ਸਥਾਨ ਬਾਹਰ ਬਣੇ ਹੋਏ ਆ ਸਾਧ ਸੰਗਤ ਜੀ ਤਖਤ ਸਾਹਿਬ ਦੇ ਨੇੜੇ। ਤੋਂ ਫਿਰ ਆਇਆ ਹੋਇਆ ਦਲਾਂ ਪੰਥਾਂ ਦੀ ਕਿੰਨੀ ਜ਼ਿਆਦਾ ਸੇਵਾ ਕਰਦੇ ਆ, ਬਹੁਤ ਭਾਵਨਾ ਨਾਲ ਗੁਰਸਿੱਖਾਂ ਨੂੰ ਜਿਹੜਾ ਹੈ ਪਿਆਰ ਕਰਦਿਆਂ ਹੋਇਆ ਉਹਨਾਂ ਦੀ ਸੇਵਾ ਕਰਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਸ ਪਾਵਨ ਤਖਤ ਬਾਰੇ ਇਹ ਜਿਹੜੇ ਭੁਲੇਖੇ ਆ ਸਾਧ ਸੰਗਤ ਜੀ ਸੰਗਤ ਦੇ ਅੰਦਰ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਤੇ ਜਿਹੜਾ ਫਿਰ ਤੀਸਰੇ ਨੰਬਰ ਤੇ ਬਲੀ ਦਾ ਜ਼ਿਕਰ ਕੀਤਾ ਸੀਗਾ, ਬਲੀ ਦੀ ਮਰਿਆਦਾ ਗੁਰੂ ਘਰ ਦੇ ਅੰਦਰ ਨਹੀਂ ਹੈ ਸਾਧ ਸੰਗਤ ਜੀ। ਜੇ ਉਹ ਜਿਹੜਾ ਝਟਕਾ ਕੀਤਾ ਜਾਂਦਾ ਹੈ, ਇਹਦਾ ਵਿਸਥਾਰ ਬਹੁਤ ਹੈ, ਪਰ ਮੈਂ ਸੂਖਸ਼ਮ ਰੂਪ ਚ ਬੇਨਤੀ ਕਰਾਂਗਾ। ਖਾਣਾ ਨਾ ਖਾਣਾ ਇੱਕ ਵੱਖਰੀ ਗੱਲ ਹੈ, ਪਰ ਜਿਹੜਾ ਸਤਿਗੁਰਾਂ ਜੀ ਦੇ ਪਾਵਨ ਤਖਤ ਤੇ ਜਿਹੜਾ ਸਾਧ ਸੰਗਤ ਜੀ ਤਿਲਕ ਦਿੱਤਾ ਜਾਂਦਾ ਹੈ ਨਾ, ਇਹ ਜਿਵੇਂ ਵੇਖੋ ਫੌਜ ਹੁੰਦੀ ਹੈ, ਫੌਜ ਦੀ ਕੋਈ ਉਹਦੀ ਮਰਿਆਦਾ ਹੁੰਦੀ ਹੈ, ਉਹਦਾ ਕੋਈ ਰਹਿਣ ਸਹਿਣ ਵੱਖਰਾ ਹੁੰਦਾ ਹੈ। ਜੇ ਕੋਈ ਆਮ ਸਧਾਰਨ ਜਨ ਜੀਵਨ ਜਿਉਂਦਾ ਹੈ, ਉਹਦਾ ਜਨ ਜੀਵਨ ਵੱਖਰਾ ਹੈ। ਜਿਸ ਨੇ ਇਹ ਸਤਿਗੁਰਾਂ ਜੀ ਨੇ ਖਾਲਸਾ ਛਤਰੀ ਖਾਲਸਾ ਸਾਜਿਆ ਹੈ, ਮਹਾਰਾਜ ਸਾਹਿਬ ਜੀ ਨੇ ਦੁਸ਼ਟਾਂ ਦੇ ਨਾਸ਼ ਕਰਨ ਲਈ ਖਾਲਸਾ ਸਾਜਿਆ ਹੈ। ਮੈਂ ਬਹੁਤ ਵਾਰੀ ਅੱਗੇ ਵੀ ਬੇਨਤੀ ਕੀਤੀ ਹੈ, ਜਿਹੜਾ ਮਨੁੱਖ ਤੁਸੀਂ ਸ਼ਸਤਰ ਤਾਂ ਧਾਰਨ ਕੀਤੇ ਹੈ, ਪਰ ਜੇ ਉਹਦਾ ਪ੍ਰਯੋਗ ਨਹੀਂ ਜਾਣਦੇ,
ਉਹਨੂੰ ਚਲਾਉਣਾ ਨਹੀਂ ਜਾਣਦੇ। ਜੇ ਚਲਾਉਣਾ ਵੀ ਸਿੱਖ ਲਿਆ ਤੇ ਸੱਚਮੁੱਚ ਕਦੇ ਲੜ ਕੇ ਵੇਖਿਆ ਹੀ ਨਹੀਂ। ਤੇ ਜੇ ਕਦੀ ਇਹੋ ਜਿਹੀ ਚੀਜ਼ ਵੇਖੀ ਨਹੀਂ ਨਾ, ਤੇ ਜਦੋਂ ਖੂਨ ਦੀ ਧਾਰਾ ਵਗਦੀ ਹੈ ਨਾ, ਫਿਰ ਸਾਧ ਸੰਗਤ ਜੀ ਜਿਹੜਾ ਆਮ ਜ਼ਿੰਦਗੀ ਜਿਉਣ ਵਾਲਾ ਨਾ, ਉਹ ਤਾਂ ਕਈ ਚਕਰਾ ਕੇ ਡਿੱਗ ਜਾਂਦੇ ਆ, ਕਈ ਬੇਹੋਸ਼ ਹੋ ਜਾਂਦੇ ਆ, ਕਈਆਂ ਨੂੰ ਉਲਟੀਆਂ ਲੱਗ ਜਾਂਦੀਆਂ ਹਨ। ਤੇ ਫਿਰ ਮਹਾਰਾਜ ਖਾਲਸਾ ਇਹੋ ਜਿਹਾ ਸਾਜਿਆ ਬਈ ਤੂੰ ਲੜਾਈ ਹੋਈ ਕਿਸੇ ਨਾਲ ਮਾੜਾ ਜਿਹਾ, ਕਈਆਂ ਨੂੰ ਤਾਂ ਉਂਗਲੀ 'ਚ ਚੀਰਾ ਹੀ ਆਵੇ ਤੇ ਤਾਂ ਗਸ਼ ਪੈ ਜਾਂਦੀ ਹੈ। ਤੇ ਇਹ ਪ੍ਰਕਿਰਿਆ ਹੈ ਸਾਧ ਸੰਗਤ ਜੀ। ਐਡੇ ਸ਼ਸਤਰ ਹਨ, ਉਹਨਾਂ ਸ਼ਸਤਰਾਂ ਦਾ ਪ੍ਰਯੋਗ ਕੀ ਹੈ? ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਦੋਂ ਦਿਨ ਪੁਰਬ ਤੇ ਸ਼ਸਤਰ ਬਾਹਰ ਨਿਕਲਦੇ ਆ ਨਾ ਮਹਾਰਾਜ ਦੇ ਕਮਰ ਕੱਸੇ ਦੇ, ਉਦੋਂ ਸਾਧ ਸੰਗਤ ਜੀ ਇਹ ਦਫ਼ਤਰ ਵੱਲੋਂ ਹੀ ਜਿਹੜਾ ਹੈ ਨਾ ਉਹ ਉਸ ਸਮੇਂ ਭੇਟ ਕੀਤਾ ਜਾਂਦਾ ਹੈ। ਤੇ ਬਕਾਇਦਾ ਉਹ ਝਟਕਈ ਸਿੰਘ ਜਿਹੜਾ ਹੈ ਉਹ ਸਾਧ ਸੰਗਤ ਜੀ ਮੁਲਾਜ਼ਮ ਹੈ ਬੋਰਡ ਦਾ। ਤੇ ਫਿਰ ਉਹ ਸਤਿਗੁਰਾਂ ਜੀ ਦੇ ਸਾਹਮਣੇ ਇਹ ਜਿਹੜਾ ਹੈ ਸਾਧ ਸੰਗਤ ਜੀ ਤਖਤ ਦੇ ਸਾਹਮਣੇ ਉਹ ਬੱਕਰੇ ਦਾ ਸਿਰ ਜਿਹੜਾ ਝਟਕਿਆ ਜਾਂਦਾ ਹੈ। ਤੇ ਫਿਰ ਉਸ ਦੇ ਖੂਨ ਦਾ ਤਿਲਕ ਕਈ YouTube ਤੇ ਪਾ ਕੇ ਨਾ ਮੈਨੂੰ ਬਹੁਤ ਦਿਖਾਉਂਦੇ ਬਾਹਰ, ਗਿਆਨੀ ਜੀ ਇੱਦਾਂ ਹੁੰਦਾ ਉੱਥੇ। ਮੈਂ ਕਿਹਾ ਹੁੰਦਾ, ਕਿਉਂ ਨਹੀਂ ਹੁੰਦਾ? ਕਈ ਵੇਖਣ ਹੀ ਆਉਂਦੇ ਦੂਰੋਂ ਕਿ ਅਸੀਂ ਵੇਖੀਏ ਜਾ ਕਰਕੇ। ਤੇ ਸਾਧ ਸੰਗਤ ਜੀ ਇਹ ਇਕੱਲੀ ਤਖਤ ਸਾਹਿਬ ਦੀ ਮਰਿਆਦਾ ਨਹੀਂ ਹੈ, ਸਾਰੇ ਨਿਹੰਗ ਸਿੰਘਾਂ ਦੇ ਦਲਾਂ 'ਚ ਜਾ ਕੇ ਵੇਖ ਲਿਓ, ਸਭ ਕੁਝ ਇਹੀ ਚੱਲਦਾ। ਫਿਰ ਉਹ ਸਾਰੇ ਦਲ ਹਿੰਦੂ ਹੋ ਗਏ, ਤਖਤ ਵੀ ਹਿੰਦੂ ਹੋ ਗਿਆ, ਤੇ ਕਹਿਣ ਵਾਲਾ ਜਿਹੜਾ ਹੈ ਉਹ ਹੀ ਇਕੱਲਾ ਸਿੱਖ ਹੋ ਗਿਆ। ਤਖਤ ਸਾਹਿਬ ਜੀ ਦੀ ਮਰਿਆਦਾ ਦੇ ਉੱਤੇ ਉਂਗਲ ਉਠਾਉਣੀ, ਭਾਵੇਂ ਕਿ ਮੈਂ ਫਿਰ ਬੇਨਤੀ ਕਰਦਿਆਂ ਕਿ ਇਸ ਮਾਸ ਦਾ ਸੇਵਨ ਕਰਨਾ ਜਾਂ ਨਾ ਕਰਨਾ ਇਹ ਕਲਹ ਦਾ ਬਾਤ ਹੈ। ਉਹਦੇ ਤੇ ਵੀ ਮੈਂ ਬਹੁਤ ਸਮਾਂ ਜਿਹੜਾ ਹੈ ਉਹ ਨਿਰਣਾ ਦੇ ਸਕਦਾ ਹਾਂ, ਪਰ ਸਮਾਂ ਨਹੀਂ ਇੰਨਾ। ਤੋ ਸਾਧ ਸੰਗਤ ਜੀ, ਜੇ ਕਰਕੇ ਤੁਸੀਂ ਇਹੀ ਵੇਖਣ ਲਈ ਇੱਥੇ ਆਉਣਾ ਹੈ ਕਿ ਬੱਕਰਾ ਕਿੱਥੇ ਵੱਢਿਆ ਜਾਂਦਾ ਹੈ, ਤੇ ਉਹ ਉੱਥੇ ਕਿਸੇ ਨਿਹੰਗ ਸਿੰਘਾਂ ਦੇ ਦਲ 'ਚ ਵੇਖ ਲਿਆ ਕਰੋ। ਤਖਤ ਸਾਹਿਬ ਤੇ ਏਡੀ ਦੂਰ ਤੁਹਾਨੂੰ ਟਿਕਟ ਖਰਚਣ ਦੀ ਕੀ ਲੋੜ ਹੈ? ਉੱਥਾਂ ਬਹੁਤ ਜ਼ਿਆਦਾ ਚਟੰਗੇ ਝਟਕਦੇ ਆ ਉਹ ਵੀ ਉੱਥੇ। ਤੇ ਇਹ ਵੇਖੋ ਪੰਥ ਦੇ ਅੰਦਰ ਦੁਬਿਧਾ ਪਾਉਣ ਦਾ ਯਤਨ ਕਰਦੇ ਆ ਸ਼ਰਾਰਤੀ ਅਨਸਰ। ਮੈਂ ਦਲ ਪੰਥ ਵਿੱਚ ਰਿਹਾ, ਨਿਹੰਗ ਸਿੰਘਾਂ ਵਿੱਚ ਕੋਈ ਇਸ ਗੱਲ ਦੀ ਦੁਬਿਧਾ ਨਹੀਂ। ਉਦੋਂ ਵੀ ਸਾਧ ਸੰਗਤ ਜੀ ਹੁਣ ਇਹ ਚੀਜ਼ਾਂ ਜ਼ੋਰ ਫੜਦੀਆਂ ਜਾ ਰਹੀਆਂ, ਭਾਵੇਂ ਕਿ ਜਿਹੜਾ ਨਹੀਂ ਮਾਸ ਖਾਂਦਾ ਉਹਨੂੰ ਕਹਿੰਦੇ ਸਿੰਘ ਨਹੀਂ, ਜਿਹੜਾ ਖਾਂਦਾ ਉਹ ਕਹਿੰਦਾ ਇਹੀ ਸਿੰਘ ਹੈ। ਇਹੋ ਜਿਹੀਆਂ ਪਹਿਲੋਂ ਕੋਈ ਵੀ ਵਖਰੇਵਾਂ ਨਹੀਂ ਸੀ ਹੁੰਦਾ ਦਲ ਪੰਥ ਦੇ ਅੰਦਰ। ਕਈ ਐਸੇ ਨਿਹੰਗ ਸਿੰਘ ਜਿਹੜੇ ਆਪ ਮਾਸ ਦਾ ਸੇਵਨ ਨਹੀਂ ਸੀ ਕਰਦੇ, ਪਰ ਚਟੰਗਾ ਝਟਕ ਦਿੰਦੇ ਸੀ, ਬਣਾ ਦਿੰਦੇ ਸੀਗੇ, ਪਰ ਆਪ ਸੇਵਨ ਨਹੀਂ ਸੀ ਕਰਦੇ। ਤੇ ਇਹ ਕਿਸੇ ਅੰਦਰ ਵੀ ਕੋਈ ਦੁਬਿਧਾ ਨਹੀਂ ਸੀ, ਆਪਸ ਦੇ ਅੰਦਰ ਬੜਾ ਪਿਆਰ ਸੀਗਾ। ਤੇ ਇਹ ਸਾਧ ਸੰਗਤ ਜੀ ਜਦੋਂ ਚਟੰਗਾ ਇੱਥੇ ਝਟਕਿਆ ਜਾਂਦਾ ਹੈ ਨਾ, ਉਸ ਦਾ ਜਿਹੜਾ ਖੂਨ ਹੈ ਉਹ ਤੀਰ ਡਬੋ ਕਰਕੇ ਜਾਂ ਇਸ ਪ੍ਰਕਾਰ ਫਿਰ ਸ਼ਸਤਰਾਂ ਨੂੰ ਜਿਹੜਾ ਹੈ ਉਹ ਸਾਧ ਸੰਗਤ ਜੀ ਤਿਲਕ ਦਿੱਤਾ ਜਾਂਦਾ ਹੈ। ਜਦੋਂ ਸਤਿਗੁਰਾਂ ਜੀ ਦਾ ਪੁਰਬ ਆਉਂਦਾ ਹੈ, ਫਿਰ ਕਹਿੰਦੇ ਜੀ ਕਿਉਂ, ਆਖਰ ਕਿਉਂ ਜੀਵ ਹੱਤਿਆ ਕਿਉਂ ਕੀਤੀ ਜਾਂਦੀ ਹੈ? ਤੋ ਇੱਕ ਆਇਆ ਸੀ ਇੱਥੇ, ਉਹ ਕਹਿੰਦਾ ਜੀ ਇਹ ਜੀਵ ਹੱਤਿਆ ਹੈ। ਤੇ ਉਹ ਸੇਵਾਦਾਰ ਨਾਲ ਬਹੁਤ ਬਹਿਸਦਾ ਪਿਆ ਸੀ। ਮੈਂ ਉਸ ਨੂੰ ਬੇਨਤੀ ਕੀਤੀ ਬੜੇ ਪ੍ਰੇਮ ਨਾਲ ਕਿ ਭਾਈ ਗੁਰਮੁਖਾ ਤੇਰੀ ਉਮਰ ਵਡੇਰੀ ਲੱਗਦੀ ਹੈ, ਤੇ ਮੈਨੂੰ ਲੱਗਦਾ ਤੂੰ ਮੂੰਹ ਤੇ ਦਾੜੇ ਨੂੰ ਵੀ ਰੰਗ ਲਾਇਆ ਲੱਗਦਾ। ਕਹਿੰਦਾ ਹਾਂ ਲਾਇਆ। ਮੈਂ ਕਿਹਾ ਤੇਰੇ ਕੜਾ ਕਿੱਥੇ? ਸਰਬਲੋ ਦਾ ਸੋਨੇ ਦਾ ਕੜਾ ਪਾਇਆ ਸੀ, ਹੈ ਨਹੀਂ ਸੀ ਪਾਇਆ। ਮੈਂ ਕਿਹਾ ਲੱਗਦਾ ਤੂੰ ਕਿਰਪਾਨ ਵੀ ਨਹੀਂ ਪਾਈ। ਕਹਿੰਦਾ ਨਹੀਂ ਪਾਈ। ਤੇ ਮੈਂ ਕਿਹਾ ਅੱਜ ਸ੍ਰੀ ਮੁਖਵਾਕ ਜੋ ਆਇਆ ਗੁਰੂ ਸਾਹਿਬ ਦਾ ਸੁਣਿਆ? ਕਹਿੰਦਾ ਨਹੀਂ ਸੁਣਿਆ। ਕਥਾ ਹੋਈ? ਮੈਂ ਕਿਹਾ ਹੁਣੇ ਕਰਕੇ ਉਤਰਿਆ ਕਥਾ, ਤੇ ਸੁਣੀ ਹੈ ਕਥਾ? ਕਹਿੰਦਾ ਨਹੀਂ ਕਥਾ ਨਹੀਂ ਸੁਣੀ। ਫਿਰ ਐਡੀ ਦੂਰ ਕੀ ਵੇਖਣ ਆਇਆ? ਨਾ ਗੁਰੂ ਜੀ ਦਾ ਮੁਖਵਾਕ ਸੁਣਿਆ, ਨਾ ਸਤਿਗੁਰਾਂ ਜੀ ਦੀ ਕਥਾ ਸੁਣੀ ਹੈ। ਫਿਰ ਐਡੀ ਦੂਰ ਇਹੋ ਵੇਖਣ ਵਾਸਤੇ ਆਏ, ਦੋਖ ਦ੍ਰਿਸ਼ਟੀ ਲੈ ਕੇ ਆਏ। ਸਾਧ ਸੰਗਤ ਜੀ, ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇੱਥੇ ਮਹੀਨਿਆਂ ਬੱਧੀ ਰਹਿ ਕੇ ਕਥਾ ਕਰਿਆ ਕਰਦੇ। ਅੱਜ ਵੀ ਉਹਨਾਂ ਦੀਆਂ ਟੇਪ ਰਿਕਾਰਡਾਂ ਵਿੱਚ ਤਖਤ ਸਾਹਿਬ ਦੀਆਂ ਪਿੱਛੇ ਆਵਾਜ਼ਾਂ ਸੁਣਾਈ ਦਿੰਦੀਆਂ। ਮਹਾਂਪੁਰਖ ਇੱਥੇ ਕਥਾ ਕਰਦੇ ਰਹੇ, ਅਤੇ ਸਾਧ ਸੰਗਤ ਜੀ ਕਥਾ ਕਰਦਿਆਂ ਮਹਾਂਪੁਰਖਾਂ ਨੇ ਬਹੁਤ ਇੱਥੇ ਸ਼ਹਿਬਰਾਂ ਲਾਈਆਂ। ਤੇ ਜਿਵੇਂ ਜਿਵੇਂ ਸਿੰਘ ਆਉਂਦੇ ਸੀ ਨਾਲ, ਮਹਾਂਪੁਰਖ ਕਹਿ ਦਿੰਦੇ ਸੀ ਭਾਈ ਕਦੇ ਤਖਤ ਸਾਹਿਬ ਤੇ ਜਾ ਕੇ ਦੋਖ ਦ੍ਰਿਸ਼ਟੀ ਨਾਲ ਨਹੀਂ ਤੱਕਣਾ, ਕਿਉਂਕਿ ਤੁਸੀਂ ਉੱਥੇ ਬਾਣੀ ਪੜ੍ਹਨ ਲਈ, ਨਾਮ ਜਪਣ ਲਈ ਚੱਲੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ।
ਤੇ ਜਿਹੜੀ ਪਿਆਰ ਦੀ ਬਾਤ ਹੈ ਨਾ, ਪਿਆਰ ਨਾਲ ਸਾਧ ਸੰਗਤ ਜੀ ਸਾਰੇ ਹੀ ਮਸਲੇ ਹੱਲ ਹੋ ਸਕਦੇ ਆ। ਉਹ ਵੀ ਮੈਂ ਬੇਨਤੀ ਕਰਦੇ ਆ, ਤਖਤ ਸਾਹਿਬ ਤੇ ਜਿਵੇਂ ਸਤਿਗੁਰੂ ਜੀ ਮਹਾਰਾਜ ਤਖਤ ਤੇ ਬੈਠਿਆ ਕਰਦੇ ਸੀ ਨਾ, ਤੇ ਮਹਾਰਾਜ ਦੇ ਹਸਤ ਕਮਲਾਂ ਦੇ ਅੰਦਰ ਤੀਰ ਹੁੰਦਾ ਸੀਗਾ। ਇਹ ਆਪਾਂ ਇਤਿਹਾਸ ਸੁਣਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਹਸਤ ਕਮਲਾਂ 'ਚ ਖੱਪਰਾ ਤੀਰ ਰੱਖਿਆ ਕਰਦੇ ਸੀ। ਜਦੋਂ ਕੋਈ ਵਸਤੂ ਮਹਾਰਾਜ ਜੀ ਨੂੰ ਭੇਟ ਕਰਦਾ ਸੀ, ਹਜੂਰ ਤੀਰ ਲਾ ਦਿੰਦੇ ਸੀ, ਸਮਝਿਆ ਜਾਂਦਾ ਸੀ ਕਿ ਮਹਾਰਾਜ ਪ੍ਰਵਾਨ ਕਰ ਲਏ। ਇਵੇਂ ਤਖਤ ਸਾਹਿਬ ਤੇ ਉਹ ਤੀਰ ਹੋਇਆ ਕਰਦਾ ਸੀ, ਤੇ ਆਦਿ ਕਾਲ ਤੋਂ ਤੀਰ ਹੀ ਲਾਉਂਦੇ ਸੀਗੇ। ਜਿਵੇਂ ਸੰਤ ਮਹਾਂਪੁਰਖ ਇੱਥੇ ਆਉਂਦੇ ਸੀ ਕਥਾ ਕਰਨ ਵਾਸਤੇ, ਤੋਂ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ, ਉਹਨਾਂ ਨੇ ਲੰਮਾ ਸਮਾਂ ਤਖਤ ਸਾਹਿਬ ਦੀ ਸੇਵਾ ਕੀਤੀ ਹੈ। ਮਹਾਂਪੁਰਖਾਂ ਇੱਕ ਵਾਰੀ ਪਿਆਰ ਨਾਲ ਆਖਿਆ ਕਿ ਮਹਾਰਾਜ ਪੰਥ ਦੀ ਸਾਰੇ ਦੀ ਮਰਿਆਦਾ ਹੈ ਕਿ ਕਿਰਪਾਨ ਨਾਲ ਭੋਗ ਲੱਗਦਾ ਹੈ, ਤੁਸੀਂ ਇੱਥੇ ਤੀਰ ਨਾਲ ਭੋਗ ਲਾਉਨੇ ਹੋ ਤੇ ਆਪਾਂ ਕਿਰਪਾਨ ਨਾਲ ਨਾ ਲਾਇਆ ਕਰੀਏ। ਬਾਬਾ ਜੀ ਕਹਿਣ ਲੱਗੇ ਮੋਨੀ ਜੀ ਕਿ ਮਹਾਰਾਜ ਇੱਥੇ ਸਿੰਘ ਹਜੂਰੀ ਖਾਲਸਾ ਬੜਾ ਕਰਾਰਾ ਹੈ, ਧਰ ਤੇਜ ਕਰਾਰਾ, ਤੇ ਮਹਾਰਾਜ ਇਹ ਕਿਵੇਂ ਕਰਾਂਗੇ। ਮਹਾਂਪੁਰਖ ਕਹਿਣ ਲੱਗੇ ਜੁਗਤੀ ਕਰ ਲੈਨੇ ਆਪਾਂ, ਜਿੱਥੇ ਪਿੱਛੋਂ ਤੀਰ ਹੀ ਰਹਿਣ ਦੀ ਅੱਗੇ ਕਿਰਪਾਨ ਦਾ ਫਲ ਲਾ ਲੈਨੇ ਆ। ਤੇ ਸਾਧ ਸੰਗਤ ਜੀ ਤੁਸੀਂ ਹੋਰ ਕਿਧਰੇ ਨਹੀਂ ਵੇਖੋਗੇ, ਇੱਥੇ ਹਜੂਰ ਸਾਹਿਬ ਅੱਗੇ ਕਿਰਪਾਨ ਦਾ ਫਲ ਵੈ, ਪਿੱਛੇ ਤੀਰ ਦਾ ਫਲ ਵੈ। ਮਹਾਂਪੁਰਖਾਂ ਨੇ ਬੇਨਤੀ ਕੀਤੀ। ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛੋਟਾ ਸਰੂਪ ਅੰਦਰ ਤਖਤ ਸਾਹਿਬ ਜੀ ਦੇ ਉੱਪਰ ਪ੍ਰਕਾਸ਼ਮਾਨ ਹੈ। ਇਹ ਸਾਧ ਸੰਗਤ ਜੀ ਜਦੋਂ ਦੀਵਾਲੀ ਦਾ ਪੁਰਬ ਆਉਂਦਾ ਹੈ, ਉਦੋਂ ਸੰਗਤਾਂ ਨੂੰ ਦਰਸ਼ਨ ਕਰਾਏ ਜਾਂਦੇ ਆ। ਮਹਾਂਪੁਰਖ ਇੱਥੇ ਆਏ, ਮੈਨੂੰ ਜਥੇਦਾਰ ਜੀ ਨੇ ਬਚਨ ਸੁਣਾਇਆ ਸੀਗਾ, ਮੈਨੂੰ ਬਚਨ ਯਾਦ ਆ ਗਿਆ। ਪ੍ਰੇਮ ਦੀ ਬਾਤ ਕਹਿਣ ਲੱਗਾ। ਮਹਾਂਪੁਰਖ ਕਿੰਨੀ ਕੁ ਮਰਿਆਦਾ ਰੱਖਦੇ ਸੀ। ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ, ਉਹਨਾਂ ਦੇ ਕਿਸੇ ਸੰਗੀ ਸਾਥੀ ਤੋਂ ਪੁੱਛ ਲੈਣਾ, ਬਹੁਤ ਵਿਵੇਕ ਦੀ ਮਰਿਆਦਾ ਰੱਖਦੇ ਸੀ। ਬਾਬਾ ਜੋਗਿੰਦਰ ਸਿੰਘ ਜੀ ਮੋਨੀ ਜੀ ਕਹਿਣ ਲੱਗੇ ਮਹਾਰਾਜ ਪ੍ਰਸ਼ਾਦਾ ਛਕਾਉਣਾ ਹੈ। ਤੋ ਉਹ ਜਦੋਂ ਪ੍ਰਸ਼ਾਦਾ ਵਰਜਿਆ, ਇੱਕ ਸਿੰਘ ਅੰਦਰ ਗਿਆ ਕੁਛ ਲੈਣ ਵਾਸਤੇ, ਤੇ ਜਿਨ੍ਹਾਂ ਨੇ ਪ੍ਰਸ਼ਾਦਾ ਬੀਬੀ ਜੀ ਬਣਾ ਰਹੇ ਸੀ ਮਾਤਾ ਜੀ, ਉਹਨਾਂ ਨੇ ਸਾੜੀ ਲਾਈ ਹੋਈ ਸੀ। ਤੇ ਬਾਹਰ ਆ ਕੇ ਨਾ ਸਿੰਘ ਸੰਤਾਂ ਨੂੰ ਕਹਿਣ ਲੱਗਾ ਮਹਾਰਾਜ ਜਿਹੜੀ ਬੀਬੀ ਪ੍ਰਸ਼ਾਦੇ ਬਣਾਉਂਦੀ ਉਹਨੇ ਤਾਂ ਸਾੜੀ ਲਾਈ ਹੈ। ਸੰਤ ਕਹਿੰਦੇ ਭਾਈ ਪ੍ਰੇਮ ਵੇਖ। ਬਾਬਾ ਜੋਗਿੰਦਰ ਸਿੰਘ ਜੀ ਮੋਨੀ ਕਿੰਨੇ ਪਿਆਰ ਨਾਲ ਪ੍ਰਸ਼ਾਦਾ ਛਕਾ ਰਹੇ। ਕਹਿੰਦੇ ਭਾਈ ਇੱਥੇ ਪ੍ਰੇਮ ਵੇਖੋ, ਕਿਸੇ ਪ੍ਰਕਾਰ ਕੋਈ ਹੋਰ ਚੀਜ਼ ਨਾ ਵੇਖੋ। ਇੰਨਾ ਪ੍ਰੇਮ ਮਹਾਂਪੁਰਖ ਕਰਿਆ ਕਰਦੇ। ਤੇ ਸਾਧ ਸੰਗਤ ਜੀ ਇੱਥੋਂ ਦੇ ਹਜੂਰੀ ਸਿੰਘ ਆਪ ਹੈਡ ਜਥੇਦਾਰ, ਬਹੁਤ ਮਹਾਂਪੁਰਖਾਂ ਦਾ ਪਿਆਰ ਜਿਹੜਾ ਸੀ, ਉਹਨਾਂ ਦਾ ਸਤਿਕਾਰ ਕਰਿਆ ਕਰਦੇ। ਫਿਰ ਕਹਿੰਦੇ ਜੀ ਇੱਥੋਂ ਦੇ ਜਥੇਦਾਰ ਨੂੰ ਪਹਿਲੋਂ ਹੈਡ ਪੁਜਾਰੀ ਕਿਹਾ ਜਾਂਦਾ ਸੀ। ਠੀਕ ਸਾਧ ਸੰਗਤ ਜੀ ਕਿਹਾ ਜਾਂਦਾ ਸੀ। ਸਮੇਂ ਨਾਲ ਕਈ ਚੀਜ਼ਾਂ ਵਿੱਚ ਬਦਲਾਵ ਆ ਜਾਂਦਾ ਹੈ। ਜਿਵੇਂ ਅਕਾਲ ਤਖਤ ਸਾਹਿਬ ਨੂੰ ਪਹਿਲਾਂ ਅਕਾਲ ਬੁੰਗਾ ਕਿਹਾ ਜਾਂਦਾ ਸੀ, ਹੁਣ ਅਕਾਲ ਤਖਤ ਸਾਹਿਬ ਕਿਹਾ ਜਾਂਦਾ ਹੈ। ਤੇ ਹੁਣ ਹੈਡ ਜਥੇਦਾਰ ਹੀ ਕਹਿੰਦੇ ਆ, ਕਿਉਂਕਿ ਸ਼ਬਦਾਂ ਵਿੱਚ ਬਦਲਾਵ ਆਉਂਦਾ ਹੈ। ਕਦੇ ਇੱਥੇ ਇੰਨੀ ਜ਼ਿਆਦਾ ਆਵਾਜਾਈ ਨਹੀਂ ਸੀ ਜਦੋਂ ਹੁੰਦੀ, ਕਿਉਂਕਿ ਆਵਾਜਾਈ ਦੇ ਸਾਧਨ ਨਹੀਂ ਸੀ ਹੁੰਦੇ। ਇਹਨਾਂ ਜਦੋਂ ਸਾਧ ਸੰਗਤ ਜੀ ਕਈ ਸ਼ਬਦ ਜਿਹੜੇ ਸੀ ਉਹਨਾਂ ਦੇ ਬੋਲਣ ਵਿੱਚ ਜ਼ਰੂਰ ਹੇਰ ਫੇਰ ਹੈ, ਪਰ ਇਹਦਾ ਅਰਥ ਇਹ ਤੇ ਨਹੀਂ ਕਿ ਤਖਤ ਸਾਹਿਬ ਇੱਕ ਹਿੰਦੂ ਮੰਦਿਰ ਦੀ ਮਰਿਆਦਾ ਨੂੰ ਪ੍ਰਚਲਿਤ ਕਰਦਾ ਹੈ। ਤੇ ਮੈਂ ਆਪ ਦੇ ਸਾਹਮਣੇ ਇਹ ਸ਼ਬਦ ਰੱਖ ਰਿਹਾ ਸਾਹਮਣੇ, ਜਦੋਂ ਕਿਉਂਕਿ ਕਰੋੜਾਂ ਹੀ ਸ਼ਰਧਾਲੂ ਇੱਥੇ ਆਉਂਦੇ ਆ, ਕਰੋੜਾਂ ਹੀ ਅਰਬਾਂ ਹੀ। ਕਿਸੇ ਨੂੰ ਮੇਰੇ ਕਹਿਣ ਦੀ ਇਹ ਸ਼ਬਦਾਂ ਦੀ ਜ਼ਰੂਰਤ ਨਹੀਂ ਹੈ, ਪਰ ਫਿਰ ਵੀ ਕਿਉਂਕਿ ਸ਼ੰਕਾ ਉਠਾਉਂਦੇ ਹੈ ਤੇ ਉਸ ਦੇ ਲਈ ਮੈਂ ਕਹਿਣਾ ਬੇਨਤੀ ਕਰ ਰਿਹਾ। ਨਹੀਂ ਤੇ ਸ਼ਬਦ ਕੋਈ ਕਹਿਣ ਦੀ ਵੀ ਲੋੜ ਨਹੀਂ, ਕਿਉਂਕਿ ਪ੍ਰਤੱਖ ਨੂੰ ਕੀ ਪ੍ਰਮਾਣ ਹੈ। ਸਤਿਗੁਰੂ ਜੀ ਦਾ ਸਾਹਮਣੇ ਜਿੱਥੇ ਤਖਤ ਅਸਥਾਨ ਹੈ ਉੱਥੇ 4 ਸ਼ਫੇਰੇ ਸ਼ਸਤਰ ਲਿਪਟੇ ਹੁੰਦੇ। ਫਿਰ ਸਾਧ ਸੰਗਤ ਜੀ ਤਖਤ ਸਾਹਿਬ ਤੋਂ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਦੀਆਂ ਮਹਿਕਾਂ ਉੱਠਣ ਲੱਗ ਪੈਂਦੀਆਂ। ਇੱਕ ਰਸ ਗੁਰਬਾਣੀ ਦਾ ਕੀਰਤਨ ਆਰੰਭ ਹੁੰਦਾ ਹੈ, ਸਤਿਗੁਰਾਂ ਜੀ ਦੇ ਸ਼੍ਰੀ ਮੁਖਵਾਕ ਹੁੰਦੇ ਹੈ। ਇੱਕ ਰਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫਿਰ ਬਾਣੀ ਦੀ ਕਥਾ ਹੁੰਦੀ ਹੈ। ਆਸਾ ਦੀ ਵਾਰ ਦੇ ਭੋਗ ਤੋਂ ਅਰਦਾਸਾਂ ਹੋਣੀਆਂ। ਫਿਰ ਮਹਾਰਾਜ ਜੀ ਨੂੰ ਜਿਵੇਂ ਪ੍ਰਤੱਖ ਰੂਪ ਜਾਣ ਕਰਕੇ ਸਤਿਗੁਰਾਂ ਜੀ ਦੇ ਅੱਗੇ ਨਜ਼ਰਾਨੇ ਭੇਟ ਹੋਣੇ। ਮਹਾਰਾਜ ਸਾਹਿਬ ਜੀ ਵੱਲੋਂ ਸਰੋਪਾਓ ਹੋਣੇ ਆਈਆਂ ਸੰਗਤਾਂ ਗੁਰਮੁਖਾਂ ਨੂੰ। ਸਤਿਗੁਰਾਂ ਜੀ ਦੀ ਫਿਰ ਲੜੀਵਾਰ ਗੁਰਬਾਣੀ ਦੀ ਆਹ ਸਮਾਂ ਜੋ ਕਥਾ ਹੋਣੀ, ਤੇ ਕਿਵੇਂ ਪਿਆਰ ਨਾਲ ਸਾਰੀਆਂ ਸੰਗਤਾਂ ਗੁਰਸਿੱਖ ਜਿਹੜੇ ਆ ਸਤਿਗੁਰੂ ਜੀ ਦੀ ਧੁਰ ਕੀ ਬਾਣੀ ਦੀ ਕਥਾ ਸੁਣਦੇ ਆ। ਫਿਰ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਵੇਂ ਰੋਜ਼ ਮਰਿਆਦਾ ਚੱਲਦੀ ਹੈ, ਕੀਰਤਨ ਹੁੰਦਾ ਹੈ। ਫਿਰ ਮਹਾਰਾਜ ਜੀ ਨੂੰ ਭੋਗ ਲੱਗਦਾ ਹੈ। ਦੁਪਹਿਰ ਦੇ ਵਕਤ ਸ਼੍ਰੀ ਦਸਮ ਮਹਾਰਾਜ ਜੀ ਦੀ ਕਥਾ ਹੁੰਦੀ ਹੈ।
ਤੇ ਫਿਰ ਸ਼ਾਮ ਨੂੰ ਮਹਾਰਾਜ ਜੀ ਨੂੰ ਭੋਗ ਲੱਗਦਾ ਹੈ, ਇਤਿਹਾਸ ਦੀ ਕਥਾ ਹੁੰਦੀ ਹੈ, ਸ਼ਾਮ ਦੀ ਸਾਰੀ ਮਰਿਆਦਾ ਚੱਲ ਪੈਂਦੀ ਹੈ। ਫਿਰ ਕਹਿੰਦੇ ਜੀ ਆਰਤੀਆਂ ਮੰਦਿਰ ਵਿੱਚ ਹੁੰਦੀਆਂ, ਹਰਿਮੰਦਰ ਸਾਹਿਬ ਨਾਲ ਨਹੀਂ ਮਰਿਆਦਾ ਰਲਦੀ। ਹਰਿਮੰਦਰ ਸਾਹਿਬ ਦੇ ਅੰਦਰ ਵੀ ਆਰਤੀ ਹੁੰਦੀ ਹੈ, ਪਰ ਉੱਥੇ ਕੀ ਹੈ ਕਿ ਹੁਣ ਥਾਲੀ ਵਿੱਚ ਦੀਵੇ ਬਾਲ ਕੇ ਭਾਵੇਂ ਆਰਤੀ ਨਹੀਂ ਕਰਦੇ, ਪਰ ਸਾਧ ਸੰਗਤ ਜੀ ਇੱਥੇ ਉਵੇਂ ਹੀ ਨਿਹੰਗ ਸਿੰਘਾਂ ਦੇ ਸਾਰੇ ਦਲਾਂ ਵਿੱਚ ਉਵੇਂ ਹੀ ਆਰਤੀ ਹੁੰਦੀ ਹੈ ਜਿਵੇਂ ਇੱਥੇ ਹੁੰਦੀ ਹੈ। ਇਸ ਪ੍ਰਕਾਰ ਇਹ ਆਰਤੀ ਦੇ ਉੱਪਰ ਕਿਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਵਖਰੇਵਾਂ ਨਹੀਂ, ਸ਼ਬਦਾਂ ਦਾ ਜਾਪ ਜਿਹੜਾ ਹੈ ਉਵੇਂ ਕੀਤਾ ਜਾਂਦਾ ਹੈ। ਫਿਰ ਉਹਨਾਂ ਦੇ ਮਨ ਦੇ ਕਈ ਇਹੋ ਜਿਹੇ ਵਲਵਲੇ ਹੈ ਕਿ ਇਹ ਮਨਮਤ ਹੈ। ਸਾਧ ਸੰਗਤ ਜੀ ਮਨਮਤ ਕੀ ਹੈ, ਗੁਰਮਤ ਕੀ ਹੈ, ਇਹ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ। ਪੰਜਾਂ ਹੀ ਤਖਤਾਂ ਦੇ ਜਥੇਦਾਰ ਥਾਪੇ ਹੋਏ ਹੈ, ਪੰਥ ਹੈ ਮੌਜੂਦ ਹੈ, ਪੰਥ ਨੂੰ ਅਧਿਕਾਰ ਹੈ ਸਾਰੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਿਹੜਾ ਇਹ ਪੰਥ ਸਾਜਿਆ ਹੋਇਆ, ਜੋ ਮਰਜ਼ੀ ਗੁਰਮਤਾ ਕਰ ਸਕਦਾ ਹੈ, ਪਰ ਕਿਸੇ ਇੱਕ ਨੂੰ ਕੀ ਹੱਕ ਹੈ ਕਿ ਕਿਸੇ ਪੰਥ ਦੇ ਤਖਤ ਦੇ ਮਰਿਆਦਾ ਦੇ ਉੱਪਰ ਕੋਈ ਕਿੰਤੂ ਪਰੰਤੂ ਕਰੇ। ਤੇ ਤਖਤ ਸਾਹਿਬ ਦੇ ਉੱਤੇ ਸਾਧ ਸੰਗਤ ਜੀ ਮੈਂ ਪੁੱਛਣਾ ਚਾਹੁੰਦਾ ਕਿ ਕਿਸ ਮੰਦਿਰ ਦੇ ਅੰਦਰ ਗੁਰਬਾਣੀ ਦੀ ਲੜੀਵਾਰ ਕਥਾ ਹੁੰਦੀ ਹੈ? ਸ੍ਰੀ ਦਸਮ ਦੀ ਕਥਾ ਹੁੰਦੀ ਹੈ। ਸ੍ਰੀ ਦਸਮ ਦੀ ਕਥਾ ਸਾਰੇ ਗੁਰੂ ਘਰਾਂ 'ਚ ਹੋਇਆ ਕਰਦੀ ਸੀਗੀ ਦੁਪਹਿਰ ਦੇ ਵਕਤ, ਪਰ ਉਹ ਹਟਾ ਦਿੱਤੀ ਗਈ। ਸਿੰਘ ਸਭਾ ਲਹਿਰ ਤੋਂ ਬਾਅਦ ਇਹ ਸਭ ਕੁਝ ਬਦਲਾਵ ਆਇਆ ਹੈ। ਪਰ ਤਖਤ ਸਾਹਿਬ ਤੇ ਪੁਰਾਤਨ ਮਰਿਆਦਾ ਜਿਹੜੀ ਹੈ ਸਾਧ ਸੰਗਤ ਜੀ ਤਿਵੇਂ ਹੀ ਇਨ ਬਿਨ ਗੁਰੂ ਮਹਾਰਾਜ ਦੀ ਬਾਣੀ ਦੀ ਲੜੀਵਾਰ ਕਥਾ ਹੁੰਦੀ ਹੈ, ਸ੍ਰੀ ਦਸਮ ਬਾਣੀ ਦੀ ਕਥਾ ਹੁੰਦੀ ਹੈ, ਇਤਿਹਾਸ ਦੀ ਕਥਾ ਹੁੰਦੀ ਹੈ। ਇਵੇਂ ਹੀ ਸਾਰਾ ਕੁਝ ਇੱਕ ਰਸ ਚੱਲਦਾ ਆ ਰਿਹਾ ਹੈ। ਤੋ ਕਿਸੇ ਪ੍ਰਕਾਰ ਮਨ ਦੇ ਅੰਦਰ ਸਾਧ ਸੰਗਤ ਜੀ ਜਿਹੜੀ ਇਹ ਦੁਬਿਧਾ ਹੈ ਨਾ, ਇਹ ਤੁਹਾਨੂੰ ਨਹੀਂ ਰੱਖਣੀ ਚਾਹੀਦੀ ਕਿਸੇ ਨੂੰ, ਕਿਉਂਕਿ ਸੰਗਤਾਂ ਦੇ ਅੰਦਰ ਹੈ ਨਹੀਂ ਕੋਈ ਜਿਹੜਾ ਨਹੀਂ ਜਾਣਦਾ ਨਾ, ਨਹੀਂ ਜਿਹਨੂੰ ਪਤਾ, ਉਹ ਸਾਧ ਸੰਗਤ ਜੀ ਜ਼ਰੂਰ ਇਹਨਾਂ ਦੀਆਂ ਗੱਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਆਪਾਂ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਕਿਹਾ ਕਿ ਭਾਈ ਕਿਸੇ ਦੇ ਮਨ 'ਚ ਕੋਈ ਸ਼ੰਕਾ ਨਾ ਆਵੇ, ਕਿਉਂਕਿ ਜਿਹੜੇ ਇਹੋ ਜਿਹੇ ਲੋਕ ਹੈ ਨਾ, ਉਹਨਾਂ ਨੂੰ ਸੱਭਿਅਕ ਭਾਸ਼ਾ ਦੇ ਨਾਲ ਨਹੀਂ ਜਿਹੜਾ ਹੈ ਉਹ ਦੱਸਿਆ ਜਾ ਸਕਦਾ, ਤੇ ਵਿਦਵਾਨਾਂ ਦੀ ਸੱਭਿਅਕ ਭਾਸ਼ਾ ਹੀ ਹੁੰਦੀ ਹੈ। ਜੇ ਕੋਈ ਅਸੱਭਿਅਕ ਭਾਸ਼ਾ ਵਾਲਾ ਮਿਲੇ ਨਾ, ਫੇਰ ਹੀ ਉਹਨਾਂ ਨੂੰ ਸਮਝ ਪੈਂਦੀ, ਕਿਉਂਕਿ ਮਹਾਰਾਜ ਆਖਿਆ ਮੂਰਖ ਗੰਢ ਪਵੈ ਮੋਹਿ ਮਾਰ। ਇਸ ਤਰ੍ਹਾਂ ਸਾਧ ਸੰਗਤ ਜੀ ਕੀ ਹੈ ਕਿ ਮੂਰਖ ਨੂੰ ਫਿਰ ਬੜੀ ਛੇਤੀ ਨਾਲ ਸਮਝ ਲੱਗ ਜਾਂਦੀ ਹੈ, ਸਾਰੀ ਅਕਲ ਆ ਜਾਂਦੀ ਹੈ। ਤੋ ਸਤਿਗੁਰੂ ਜੀ ਦੇ ਪਾਵਨ ਸਥਾਨ ਬਾਰੇ ਬਹੁਤ ਕੁਝ ਹੋਰ ਵੀ ਕਿਹਾ ਜਾਂਦਾ ਹੈ, ਤੇ ਜੇ ਕਿਸੇ ਨੂੰ ਕੋਈ ਵੀ ਕਿਸੇ ਪ੍ਰਕਾਰ ਦਾ ਸ਼ੰਕਾ ਹੋਵੇ ਤੋ ਸਾਧ ਸੰਗਤ ਜੀ ਇੱਥੇ ਆ ਕਰਕੇ ਆਪ ਵੇਖ ਸਕਦਾ ਕਿ ਇੱਥੇ ਕੀ ਮਾਣ ਮਰਿਆਦਾ ਚੱਲਦੀ ਹੈ, ਕਿਵੇਂ ਸਤਿਗੁਰਾਂ ਜੀ ਦੀ ਬਾਣੀ ਦੇ ਪ੍ਰਵਾਹ ਚੱਲਦੇ ਹੈ, ਕਥਾ ਕੀਰਤਨ ਹੁੰਦੇ ਹੈ, ਸਤਿਗੁਰਾਂ ਜੀ ਦੇ ਪਾਵਨ ਸ਼ਸਤਰ ਅੰਦਰ ਕਿਵੇਂ ਉਹਨਾਂ ਦੀ ਸੇਵਾ ਹੁੰਦੀ ਹੈ। ਦੋ ਮੁੱਖ ਸਾਧ ਸੰਗਤ ਜੀ ਇੱਥੇ ਜਿਹੜੀਆਂ ਨਾ ਉਹ ਸ਼ਕਤੀਆਂ, ਇੱਕ ਤਾਂ ਸਤਿਗੁਰਾਂ ਜੀ ਦੀ ਪਵਿੱਤਰ ਬਾਣੀ, ਗੁਰੂ ਮਹਾਰਾਜ ਦੀ ਧੁਰ ਕੀ ਬਾਣੀ ਤੇ ਸ੍ਰੀ ਦਸਮ ਮਹਾਰਾਜ ਦੀ ਬਾਣੀ, ਤੇ ਦੂਸਰੀ ਸ਼ਸਤਰ ਪੂਜਾ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੇ ਵਿਰਸਾ ਮਹਾਰਾਜ ਬਖਸ਼ਿਆ ਹੋਇਆ ਹੈ, ਤੇ ਗੁਰਸਿੱਖਾਂ ਨੇ ਇਹ ਸੰਭਾਲਿਆ ਹੋਇਆ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਵਿਰਸਾ। ਤੇ ਹਜੂਰ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਨੂੰ ਕੀ ਦਿੱਤਾ ਸੀ, ਬਖਸ਼ਿਸ਼ ਕੀ ਕੀਤੀ ਸੀ? ਜਦੋਂ ਇੱਥੇ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸੀ ਤੇ ਹਜੂਰ ਨੇ ਇਹੀ ਦੋ ਬਚਨ ਕਹੇ ਸੀ, ਖਾਲਸਾ ਜੀ ਮੇਰੇ ਇਹ ਦੋ ਬਚਨ ਚੇਤੇ ਰੱਖਿਓ, ਇੱਕ ਤਾਂ ਸ਼ਸਤਰ ਵਿਦਿਆ ਨੂੰ ਨਾ ਵਿਸਾਰਿਓ, ਇੱਕ ਕਦੇ ਗੁਰਬਾਣੀ ਤੇ ਗੁਰਮੰਤਰ ਨਾ ਵਿਸਾਰਿਓ, ਸੰਸਾਰ ਦੀ ਕੋਈ ਕੌਮ ਤੁਹਾਨੂੰ ਗੁਲਾਮ ਨਹੀਂ ਕਰ ਸਕੇਗੀ। ਇਹ ਸੱਚੇ ਪਾਤਸ਼ਾਹ ਜੀ ਨੇ ਵਾਕ ਕਹੇ ਸੀ। ਤੇ ਮਹਾਰਾਜ ਜੀ ਨੇ ਨਾ ਜਿਹੜਾ ਕਰਾਰਾ ਤੇਜ ਧਰਿਆ ਹੈ ਉਹ ਸਾਧ ਸੰਗਤ ਜੀ ਆਪਣੀ ਬਾਣੀ ਦੁਆਰਾ ਤੇ ਸ਼ਸਤਰਾਂ ਦੁਆਰਾ ਹੀ ਖਾਲਸੇ ਦੇ ਅੰਦਰ ਧਰਨਾ ਕੀਤਾ ਹੈ। ਤੋ ਕਈ ਪ੍ਰਕਾਰ ਦੀਆਂ ਸਾਧ ਸੰਗਤ ਜੀ ਮਾੜੀਆਂ ਗੱਲਾਂ ਵੀ ਕੱਢ ਕੇ ਪੇਸ਼ ਕਰਦੇ ਹੈ। ਮੈਂ ਬੇਨਤੀ ਕਰਾਂ ਕਿ ਸਾਰੀਆਂ ਥਾਵਾਂ ਤੇ ਸਾਰੇ ਚੰਗੇ ਨਹੀਂ ਹੁੰਦੇ ਤੇ ਸਾਰੇ ਮਾੜੇ ਨਹੀਂ ਹੁੰਦੇ। ਕਿਸੇ ਸਮਾਜ ਵਿੱਚ, ਕਿਸੇ ਕੌਮ ਵਿੱਚ, ਕਿਸੇ ਜਗ੍ਹਾ ਤੇ ਸਾਰੇ ਹੀ ਮਾੜੇ ਨਹੀਂ ਹੁੰਦੇ। ਹਾਂ, ਸਾਰੀਆਂ ਥਾਵਾਂ ਤੇ ਕੁਝ ਮਾੜੇ ਅੰਸਰ ਵੀ ਹੁੰਦੇ ਹੈ। ਇਸ ਕਰਕੇ ਇਹਦਾ ਅਰਥ ਨਹੀਂ ਹੁੰਦਾ ਕਿ ਸਾਰੇ ਹੀ ਮਾੜੇ ਹੋ ਗਏ। ਤੋ ਕਿਸੇ ਪ੍ਰਕਾਰ ਕੋਈ ਭੁਲੇਖੇ ਦਾ ਸੰਗਤਾਂ ਨੂੰ ਸ਼ਿਕਾਰ ਨਹੀਂ ਹੋਣਾ ਚਾਹੀਦਾ। ਤੋ ਸਾਧ ਸੰਗਤ ਜੀ ਇਹ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਾਨ ਤਖਤ ਬਾਰੇ ਇੱਕ ਉਹ ਪਤਾ ਨਹੀਂ ਕੌਣ ਸੀ, ਉਹ ਕਾਲੇ ਕੱਪੜੇ ਉਹਨੇ, ਉਹ ਪ੍ਰੋਫੈਸਰ ਸਾਹਿਬ ਦਰਸ਼ਨ ਸਿੰਘ, ਉਹਨੇ ਕਾਲੇ ਕੱਪੜੇ ਪਾਉਣੇ ਸ਼ੁਰੂ ਕਰਤੇ ਸੀ ਕਿ ਜਿੰਨਾ ਚਿਰ ਦਸਮ ਗ੍ਰੰਥ ਦਾ ਪ੍ਰਕਾਸ਼ ਨਹੀਂ ਨਾ ਆਖੇ ਚੁੱਕਿਆ ਜਾਂਦਾ ਉਹਨਾਂ ਚਿਰ ਮੈਂ ਕੱਪੜੇ ਨਹੀਂ ਦੂਜੇ ਪਾਉਣੇ। ਤੇ ਨਾ ਪਾ ਭਾਈ, ਇੱਥੇ ਕਿਹੜਾ ਕਿਸੇ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਨੋਂ ਹਟ ਜਾਣਾ। ਤੇ ਇਹ ਇਹੋ ਜਿਹੀਆਂ ਉਹ ਵੇਖੋ, ਇਹੋ ਜਿਹੇ ਵੀ
किधर रुल रल गए चले गए। तो इस तरह ही हाथी अपनी चाल नहीं बदलते हुंदे। इन्हां साध संगत जी रुल खप जाना है सदियां तो महाराज जी का तख्त इवें ही महाराज का पवित्र तख्त मेघां वंडदा आ रहा। गुरबाणी दियां सदा ही ये तख्त सलामत ने। सतगुरु जी का पवित्र स्थान है। गरीब निवास सच्चे पातशाह जी रहमत करन। ते सुनने वाले कई गुरसिखां दे मन विच ख्याल आउंदा है कि इउं बोलता इउं कहता कि ये किसे कहण दे नाल की हुंदा है। टटिऔली जे आकाश वाल नूं पैर करके कहे आकाश मैं ही थम्मिया, आकाश हुण थोड़ा थम्मिया हुंदा है। ये सच्चे पातशाह जी का घर है, विलखण है। महाराज जी सच्चे पातशाह ने जो सानू उपदेश दिता, असीं दृढ़ता नाल हजूर दा उपदेश कमाईए, सतगुरां दी सिੱਖਿਆ नूं कमाईए।